ਜਿਹੜੇ ਸੈਣੀ ਸਾਹਿਬ ਕਹਿ ਰਹੇ हैं ਕਿ ਵੀ ਮੈਨੂੰ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਸੀਬੀਆਈ ਨੂੰ ਇਨਕੁਆਇਰੀ ਦਿਓ, ਉਹ ਅਜੇ ਵੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਲੈ ਕੇ ਘੁੰਮ ਰਹੇ ਆ। ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਹੋਵੇ, ਛਤਰ ਛਾਇਆ ਉਹਦੇ ਤੇ ਰਹੀ ਹੈ, ਹਿੰਦੂ ਰਾਸ਼ਟਰ ਦੀ ਛਤਰ ਛਾਇਆ ਉਹਦੇ ਉੱਤੇ। ਤੇ ਜੇ ਉਹ ਕਰਕੇ ਹਿੰਦੂ ਨਾ ਹੁੰਦਾ, ਕੋਈ ਮਾਈਨੋਰਟੀ ਦਾ ਬੰਦਾ ਹੁੰਦਾ, ਤੇ ਫਿਰ ਅਸੀਂ ਦੇਖਦੇ ਵੀ ਉਹ ਕਿਵੇਂ ਭੱਜਦਾ। ਜਿਵੇਂ ਟਟੀਰੀ ਕਹਿੰਦੀ ਆ ਮੈਂ ਚੱਕਿਆ ਹਿੰਦੂ ਰਾਸ਼ਟਰ ਆਪਣੇ ਮੋਢਿਆਂ ਤੇ ਆਪਣੀ ਲੱਤਾਂ ਤੇ, ਐਵੇਂ ਉਹ ਕਹਿੰਦਾ ਮੈਂ ਚੱਕਿਆ ਹੋਇਆ ਹਿੰਦੂ ਰਾਸ਼ਟਰ, ਤੇ ਹਿੰਦੂ ਰਾਸ਼ਟਰ ਉਹਦੇ ਪਿੱਛੇ ਖੜਾ। ਹੁਣ ਭਾਵੇਂ ਉਹਨੂੰ ਮਜਬੂਰੀ ਬਸ ਫੜ ਕੇ ਇੱਕ ਦਿਨ ਅੰਦਰ ਕਰਕੇ ਜ਼ਮਾਨਤ ਦੇ ਦੇਣ, ਪਰ ਅਖੀਰ ਦੇ ਵਿੱਚ ਜਦੋਂ ਇਹਦੀ ਜਜਮੈਂਟ ਆਏਗੀ ਸੈਣੀ ਬਿਲਕੁਲ ਸਾਫ਼ ਜਾਏਗਾ ਬਰੀ, ਕਿਉਂਕਿ ਹਿੰਦੂ ਰਾਸ਼ਟਰ ਚਾਹੁੰਦਾ ਨਹੀਂ ਹੈ। ਕੇਵਲ ਜਿਹੜਾ ਹੈਗਾ ਜੇ ਸਾਬਕਾ ਡੀਜੀਪੀ ਨੂੰ ਆਪਾਂ ਝਟਕੇ ਦੀ ਗੱਲ ਕਰੀਏ, ਗੱਲ ਇੰਨੀ ਨਹੀਂ ਹੈ, ਸਗੋਂ ਇਸ ਫੈਸਲੇ ਦੇ ਨਾਲ ਸਾਰੇ ਸਿਸਟਮ ਤੇ ਉੱਠ ਰਹੇ ਹੈ ਬਹੁਤ ਵੱਡੇ ਸਵਾਲ ਕਿ ਪੁਲਿਸ ਸਮੇਤ ਸੈਣੀ ਨੂੰ ਗ੍ਰਿਫਤਾਰ ਕਰੇਗੀ। ਐਡੀ ਵੱਡੀ ਐਡੀ ਕਮਜ਼ੋਰ ਪੁਲਿਸ ਨਹੀਂ ਹੈ ਹਿੰਦੂ ਰਾਸ਼ਟਰ ਦੀ ਕਿ ਬਈ ਐ ਬੰਦਾ ਉਹਨਾਂ ਦੇ ਕੋਲੋਂ ਭੱਜੇਗਾ। ਜੇ ਜੈਡ ਸਿਕਿਉਰਿਟੀ ਦਾ ਬੰਦਾ, ਉਹ ਤਾਂ ਬੰਦੇ ਨੂੰ ਪਤਾਲ ਚੋਂ ਕੱਢ ਲਿਆਂਦੇ ਆ, ਉਹਦਾ ਟੱਬਰ ਚੱਕ ਲੈਂਦੇ। ਇਹ ਭਗੌੜੇ ਦਿਨਾਂ ਦੇ ਵਿੱਚ ਕਿਹਦੇ ਕੋਲ ਰਿਹਾ ਇਹ ਪਤਾ ਨਹੀਂ ਹੈ ਹਿੰਦੂ ਰਾਸ਼ਟਰ ਦੀ ਪੁਲਿਸ ਨੂੰ। ਪਾਪਾਂ ਦਾ ਜਿਹੜਾ ਘੜਾ ਇਹ ਚੁੱਕੀ ਫਿਰਦਾ ਸੀਗਾ ਸਮੇਤ ਸਿੰਘ ਸੈਣੀ, ਤੇ ਅੱਜ ਉਸ ਦਾ ਜਿਹੜਾ ਨਤੀਜਾ ਹੈਗਾ ਉਹ ਸਾਹਮਣੇ ਹੈਗਾ। ਤੇ ਅੱਜ ਮਾਨਯੋਗ ਹਾਈ ਕੋਰਟ ਨੇ ਸਾਰੇ ਤੱਥ ਦੇਖ ਕੇ ਜਿਹੜੇ ਹੈਗੇ ਆ ਉਸ ਜਿਹੜਾ ਘਿਨਾਉਣੀ ਹਰਕਤ ਨੇ ਕੀਤੀ ਸੀਗੀ ਉਹਨਾਂ ਦੀ ਜ਼ਮਾਨਤ ਖਾਰਜ ਕੀਤੀ ਹੈ। ਸੁਪਰੀਮ ਕੋਰਟ ਵੀ ਜਾਏਗਾ ਸੈਣੀ ਤਾਂ ਉੱਥੋਂ ਵੀ ਜਿਹੜੀ ਹੈਗੀ ਹੈ ਇਹਦੀ ਜ਼ਮਾਨਤ ਖਾਰਜ ਹੋਣੀ ਚਾਹੀਦੀ ਹੈ। ਕੇਂਦਰ ਜੇ ਮੈਂ ਅਪਰੋਚ ਕਰਾਂਗਾ, ਮੈਂ ਅਕਾਲੀਆਂ ਨੂੰ ਅਪਰੋਚ ਕਰਾਂਗਾ ਜਿਨ੍ਹਾਂ ਨੇ ਮੈਨੂੰ ਡੀਜੀਪੀ ਬਣਾ ਕੇ ਰੱਖਿਆ ਇੰਨੀ ਦੇਰ, ਮੈਂ ਉਹਨਾਂ ਦੀ ਸਰਕਾਰ ਆ ਉੱਥੇ, ਮੈਂ ਭਾਜਪਾ ਨਾਲ ਗੱਲ ਕਰਾਂਗਾ। ਉਹ ਬਸੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿਸੇ ਤਰ੍ਹਾਂ, ਕਿ ਜਿਹੜਾ ਉਹਦੇ ਗਲ ਤੇ ਫੰਦਾ ਪਿਆ ਹੈ ਇਸ ਦਾ, ਉਹ ਫੰਦੇ ਨੂੰ ਕਿੰਨੀ ਦੇਰ ਦੂਰ ਰੱਖ ਸਕੇ। ਪੀਸ ਟ੍ਰਾਂਸਫਰ ਕਰਨ ਦਾ ਬਾਹਰ ਪੰਜਾਬ ਤੋਂ ਜਾਂ ਸੀਬੀਆਈ ਦੇਣ ਦਾ ਕੋਈ ਗਰਾਊਂਡ ਨਹੀਂ ਬਣਦਾ, ਕੋਈ ਕਾਰਨ ਨਹੀਂ ਬਣਦਾ। ਹਮੇਸ਼ਾ ਹੀ ਕੰਟਰੋਵਰਸ਼ੀਅਲ ਰਿਹਾ ਜਦੋਂ ਤੋਂ ਇਹਦਾ ਕੈਰੀਅਰ ਸ਼ੁਰੂ ਹੋਇਆ, ਤੇ ਮੈਨੂੰ ਲੱਗਦਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਤੇ ਜਿਹੜੇ ਬੰਦੇ ਨੇ ਗੁਨਾਹ ਕੀਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਉਹ ਜਦੋਂ ਆਪਣੇ ਬਚਾਅ 'ਚੋਂ ਸੁਤੰਤਰਤਾ ਹੀ ਸਵਾਲੀਆ ਨਿਸ਼ਾਨ ਸ਼ੱਕ ਕਰ ਰਿਹਾ ਹੈ, ਉਹਨੂੰ ਭਰੋਸਾ ਨਹੀਂ ਆ, ਤੇ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਸਾਡੇ ਮੁਲਕ ਦਾ ਜਿਹੜਾ ਇਹ ਤੰਤਰ ਹੈ ਉਹ ਕਿੰਨਾ ਕਮਜ਼ੋਰ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬੜੀ ਛਾਪੇਮਾਰੀ ਕਰ ਰਹੇ ਹਾਂ, ਉਹਦਾ ਪਤਾ ਨਹੀਂ ਲੱਗ ਗਿਆ ਕਿੱਧਰ ਗਿਆ ਹੈ। ਹਿੰਦੂ ਰਾਸ਼ਟਰ ਹਿੰਦੂਆਂ ਨਾਲ ਨਿਆਂ ਕਰਨਾ ਨਹੀਂ ਜਾਣਦਾ, ਉਹਨਾਂ ਨੂੰ ਉਹ ਪ੍ਰੋਟੈਕਟ ਕਰਦਾ ਤੇ ਉਹਨਾਂ ਨੂੰ ਉਹ ਜਹਾਲਤ ਵੱਲ ਤੋਰਦਾ ਹੈ। ਇਹ ਇਸ ਦੇਸ਼ ਦੀ ਸੱਚਾਈ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਸੈਣੀ ਨੂੰ ਦੋ ਅਰਜ਼ੀਆਂ ਦੇ ਮੁੱਦੇ ਤੇ ਬੜਾ ਵੱਡਾ ਝਟਕਾ ਦਿੱਤਾ ਹੈ। ਇਹ ਉਹ ਅਰਜ਼ੀਆਂ 29 ਸਾਲ ਪਹਿਲਾਂ ਬਲਵੰਤ ਸਿੰਘ ਮਲਤਾਨੀ ਅਗਵਾ ਕੇਸ ਦੇ ਵਿੱਚ ਇਨਸਾਫ ਦੀ ਗੁਹਾਰ। ਕੇਵਲ ਜਿਹੜਾ ਹੈਗਾ ਜੇ ਸਾਬਕਾ ਡੀਜੀਪੀ ਨੂੰ ਆਪਾਂ ਝਟਕੇ ਦੀ ਗੱਲ ਕਰੀਏ, ਗੱਲ ਇੰਨੀ ਨਹੀਂ ਹੈ, ਸਗੋਂ ਇਸ ਫੈਸਲੇ ਦੇ ਨਾਲ ਸਾਰੇ ਸਿਸਟਮ ਤੇ ਉੱਠ ਰਹੇ ਹੈ ਬਹੁਤ ਵੱਡੇ ਸਵਾਲ। ਅਦਾਲਤ ਨੇ ਜਿਹੜੀ ਆਪਣੀ ਭੂਮਿਕਾ ਨਿਭਾਈ ਹੈ, ਜਿਸ ਤਰੀਕੇ ਦੇ ਨਾਲ ਸਮੇਤ ਸੈਣੀ ਦੀ ਗ੍ਰਿਫਤਾਰੀ ਲਈ ਹੁਣ ਰਾਹ ਪੱਧਰਾ ਹੋਇਆ, ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਆ ਕੇ ਖੜਾ ਹੋਇਆ ਉਹ ਇਹ ਹੈ ਕਿ ਪੁਲਿਸ ਸਮੇਤ ਸੈਣੀ ਨੂੰ ਗ੍ਰਿਫਤਾਰ ਕਰੇਗੀ। ਇਸ ਦੇਸ਼ ਜਿਸ ਅੰਦਰ ਕਾਤਲ, ਰੇਪਿਸਟ, ਸਮਾਜ ਵਿਰੋਧੀ ਅੰਸਰ ਉਹ ਤਾਂ ਰੂਪੋਸ਼ ਹੁੰਦੇ ਦੇਖੇ ਹੈ, ਪੁਲਿਸ ਤੋਂ ਦੌੜਦੇ ਦੇਖੇ ਹੈ। ਸ਼ਾਇਦ ਇਹ ਮੁਲਕ ਦਾ ਪਹਿਲਾ ਕੇਸ ਹੈ ਆਪਣੇ ਸਮੇਂ ਦਾ ਸ਼ਕਤੀਸ਼ਾਲੀ ਸਮਝਿਆ ਜਾਂਦਾ ਡੀਜੀਪੀ ਆਪਣੇ ਹੀ ਕੇਸ ਤੇ ਆਪਣੀ ਹੀ ਪੁਲਿਸ ਕੋਲੋਂ ਮਾਰੇ ਜਿਹੜਾ ਗ੍ਰਿਫਤਾਰੀ ਲਈ ਦੌੜਿਆ ਫਿਰਦਾ। ਕਿੰਨੀ ਕੁ ਸੱਚਾਈ ਹੈ ਇਸ ਮੁੱਦੇ ਦੇ ਵਿੱਚ? ਇਹਨਾਂ ਸਾਰੇ ਮਾਮਲਿਆਂ ਤੇ ਮੇਰੇ ਨਾਲ ਪੈਨਲ ਜਿਹੜੇ ਖਾਸ ਮਹਿਮਾਨ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਹੈ। ਸੁਰਜੀਤ ਸਿੰਘ ਸਵੈਜ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਦਾਲਤੀ ਪ੍ਰਕਿਰਿਆ ਦੇ ਵਿੱਚ ਆਪਣੀ ਇੱਕ ਮਹਾਰਤ ਪਹਿਚਾਣ ਰੱਖਦੇ ਹੈ। ਮਾਲਵਿੰਦਰ ਸਿੰਘ ਕੰਗ ਜੀ ਭਾਰਤੀ ਜਨਤਾ ਪਾਰਟੀ ਦੇ ਯੁਵਾ ਨੇਤਾ ਦਾ ਹਾਨੀ, ਕਾਫੀ ਦੇਰ ਬਾਅਦ ਚੈਨਲ ਤੇ ਆਏ ਹੈ, ਜੀ ਆਇਆਂ ਨੂੰ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ। ਅਮਰਿੰਦਰ ਸਿੰਘ ਜੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਬੁਲਾਰੇ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਸਾਹਿਬ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਮੇਤ ਸੈਣੀ ਦੀਆਂ ਜਿਹੜੀਆਂ ਅਰਜ਼ੀਆਂ ਖਾਰਜ ਕੀਤੀਆਂ, ਜਿੱਦਾਂ ਮੈਂ ਕਹਿ ਕੇ 29 ਸਾਲ ਪੁਰਾਣੇ ਮਲਤਾਨੀ ਅਗਵਾ ਕੇਸ ਦੇ ਵਿੱਚ,
ਮੌਜੂਦਾ ਪ੍ਰਸਥਿਤੀਆਂ 'ਚ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਸਵੈਜ ਜੀ? ਦੇਖੋ ਇੱਦਾਂ ਹੈ ਜੀ ਸਰਕਾਰ ਸਿੰਘ ਜੀ, ਮਾੜੇ ਕੰਮ ਦਾ ਨਤੀਜਾ ਤਾਂ ਅੰਤ 'ਚ ਮਾੜਾ ਹੀ ਹੁੰਦਾ ਹੈ। ਪਾਪਾਂ ਦਾ ਜੀ। ਜਿਹੜਾ ਘੜਾ ਇਹ ਚੁੱਕੀ ਫਿਰਦਾ ਸੀਗਾ ਸਮੇਤ ਸਿੰਘ ਸੈਣੀ, ਤੇ ਅੱਜ ਉਸ ਦਾ ਜਿਹੜਾ ਨਤੀਜਾ ਹੈਗਾ ਉਹ ਸਾਹਮਣੇ ਹੈਗਾ। ਤੇ ਹੁਣ ਦੇਖੋ ਇੱਕ ਮੈਨੂੰ ਬੜਾ ਦੁੱਖ ਦੀ ਗੱਲ ਹੈਗੀ ਹੈ, ਇਹ ਆਪਾਂ ਚਲੋ ਅੱਜ ਤੋਂ ਜੋ ਭੱਜਿਆ ਫਿਰਦਾ ਹੈ, ਫੜਿਆ ਜਾਣਾ ਉਹਨੇ, ਕਿੱਥੋਂ ਤੱਕ ਭੱਜ ਲੇਗਾ। ਇੱਕ ਵਿਕਲਪ ਹੈਗਾ ਜੇ ਉਹਦੇ ਕੋਲ ਕਿ ਉਹ ਸੁਪਰੀਮ ਕੋਰਟ ਜਾ ਸਕਦਾ ਹੈ ਜ਼ਮਾਨਤ ਵਾਸਤੇ। ਲੇਕਿਨ ਜੇ ਜੀ। ਆਪਾਂ ਸਾਰੇ ਕੇਸ ਤੇ ਝਾਤ ਮਾਰੀਏ ਤਾਂ ਮੈਨੂੰ ਇਸ ਗੱਲ ਦਾ ਇੱਕ ਤਰ੍ਹਾਂ ਨਾਲ ਅਫਸੋਸ ਵੀ ਹੁੰਦਾ ਹੈ ਕਿ ਜੋ ਗੱਲਾਂ ਸਾਹਮਣੇ ਆ ਰਹੀਆਂ ਤਸ਼ੱਦਦ ਦੀਆਂ, ਜਿਵੇਂ ਮੁਲਤਾਨੀ ਸਾਹਿਬ ਨੂੰ ਇਹਨਾਂ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਹਾਈ ਕੋਰਟ ਤੋਂ ਜੋ ਬਹੁਤ ਨੇੜੇ ਹੈ, ਮਤਲਬ ਜੇ ਆਪਾਂ ਕਹੀਏ ਹਾਈ ਕੋਰਟ ਦੇ ਨੱਕ ਦੇ ਥੱਲੇ, ਉੱਥੇ ਇਦਾਂ ਦੀਆਂ ਗੱਲਾਂ ਹੋਈਆਂ। ਹਾਲਾਂਕਿ ਸਾਡਾ ਸੰਵਿਧਾਨ, ਸਾਡਾ ਜਿਹੜਾ ਕ੍ਰਿਮੀਨਲ ਲਾਅ ਜਿਹੜਾ ਜਸਟਿਸ ਸਿਸਟਮ ਹੈਗਾ, ਤੇ ਜਿਹੜੇ ਸਾਡੇ ਹੋਰ ਕਾਨੂੰਨ ਨੇ ਉਹ ਇਹ ਕਹਿੰਦੇ ਨੇ ਕਿ ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਕਿੰਨਾ ਹੀ ਮੁਜਰਮ ਹੋਵੇ, ਚਾਹੇ ਕਿੰਨੇ ਨੇ ਕਤਲ ਕੀਤਾ ਹੋਵੇ ਜਾਂ ਕਿੰਨਾ ਭਿਆਨਕ ਜਿਹੜਾ ਕੋਈ ਜੁਰਮ ਕੀਤਾ ਹੋਵੇ, ਉਹਨਾਂ ਨੂੰ ਤੁਸੀਂ ਪੁਲਿਸ ਥਾਣੇ ਜਾਂ ਥਾਣੇ ਦੇ ਵਿੱਚ ਜਾਂ ਕਸਟਡੀ ਦੇ ਵਿੱਚ ਟਾਰਚਰ ਨਹੀਂ ਕਰ ਸਕਦੇ। ਲੇਕਿਨ ਜਿਵੇਂ ਦੀਆਂ ਗੱਲਾਂ ਇਸ ਕੇਸ ਸਾਹਮਣੇ ਆ ਰਹੀਆਂ ਨੇ, ਉਹ ਬੇਸ਼ੱਕ ਉਹਨਾਂ ਨੂੰ ਸ਼ੱਕੀ ਸੀਗੇ, ਉਹ ਜਿਹੜਾ ਇਹਦੇ ਸੈਣੀ ਸਾਹਿਬ ਤੇ ਜਿਹੜਾ ਹੈ ਉਹ ਜਿਹੜਾ ਹੋਇਆ ਸੀ, ਅਟੈਂਪਟ ਹੋਈ ਸੀ, ਬੰਬ ਬਲਾਸਟ ਹੋਇਆ ਸੀਗਾ, ਜਿਹਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਮਾਰੇ ਵੀ ਗਏ ਸੀਗੇ, ਉਹਨਾਂ ਨੂੰ ਸ਼ੱਕ ਸੀ ਕਿ ਇਹ ਉਹਦੇ ਵਿੱਚ ਇਨਵੋਲਵਮੈਂਟ ਸੀਗੀ ਮੁਲਤਾਨੀ ਦੀ। ਬੇਸ਼ੱਕ ਕਿਸੇ ਸ਼ਖਸ ਦੀ ਕੋਈ ਸ਼ੱਕੀ ਹੋਵੇ, ਇਨਵੋਲਵਮੈਂਟ ਹੋਵੇ ਨਾ ਹੋਵੇ, ਲੇਕਿਨ ਇੱਦਾਂ ਦਾ ਜਿਹੜਾ ਵਰਤ ਵਿਹਾਰ ਥਾਣੇ 'ਚ ਕੀਤਾ ਗਿਆ, 3rd ਡਿਗਰੀ ਟਾਰਚਰ ਕੀਤਾ ਗਿਆ, ਉਹ ਸਾਡੇ ਸੰਵਿਧਾਨ ਤੇ ਸਾਡੇ ਕਾਨੂੰਨ ਤੇ ਇੱਕ ਕਿਸਮ ਦਾ ਧੱਬਾ ਵੀ ਹੈਗਾ। ਬਸ ਅੰਤ 'ਚ ਤੇ ਖੁਸ਼ੀ ਇਸੇ ਗੱਲ 'ਚ ਹੁੰਦੀ ਹੈ ਕਿ ਕਾਨੂੰਨ ਦੀ ਜਿਹੜੀ ਲੌਂਗ ਆਰਮ ਜਿਹਨੂੰ ਕਹਿੰਦੇ ਨੇ, ਉਹਨੇ ਅੱਜ ਸੈਣੀ ਦੇ ਜਿਹੜਾ ਗਲ ਨੂੰ ਹੱਥ ਪਾਇਆ ਹੈ। ਤੇ ਅੱਜ ਮਾਨਯੋਗ ਹਾਈ ਕੋਰਟ ਨੇ ਸਾਰੇ ਤੱਥ ਦੇਖ ਕੇ ਜਿਹੜੇ ਹੈਗੇ ਆ, ਉਸ ਜਿਹੜਾ ਘਿਨਾਉਣੀ ਹਰਕਤ ਇਹਨੇ ਕੀਤੀ ਸੀਗੀ, ਉਹਨਾਂ ਦੀ ਜ਼ਮਾਨਤ ਖਾਰਜ ਕੀਤੀ ਹੈ। ਤੇ ਸਾਨੂੰ ਉਮੀਦ ਵੀ ਹੈ ਕਿ ਜੇ ਸੁਪਰੀਮ ਕੋਰਟ ਵੀ ਜਾਏਗਾ ਸੈਣੀ, ਤਾਂ ਉੱਥੋਂ ਵੀ ਜਿਹੜੀ ਹੈਗੀ ਹੈ ਇਹਦੀ ਜ਼ਮਾਨਤ ਖਾਰਜ ਹੋਣੀ ਚਾਹੀਦੀ ਹੈ, ਤਾਂ ਕਿ ਜਲਦੀ ਤੋਂ ਜਲਦੀ ਇਹਦੀ ਪੁਲਿਸ ਜਿਹੜੀ ਹੈਗੀ ਹੈ ਇਹਨੂੰ ਅਰੈਸਟ ਕਰਕੇ ਜਿਹੜੀ ਕਸਟੋਡੀਅਲ ਇੰਟਰੋਗੇਸ਼ਨ ਹੈਗੀ ਹੈ ਉਹਨੂੰ ਕਰਕੇ ਅੱਗੇ ਜਿਹੜੀ ਹੈਗੀ ਹੈ ਫਿਰ ਟ੍ਰਾਇਲ ਚੱਲੇ, ਤੇ ਟ੍ਰਾਇਲ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਘਿਨਾਉਣਾ ਕੰਮ ਕੀਤਾ, ਉਹਨੇ ਜ਼ੁਲਮ ਕੀਤਾ ਹੈ, ਉਹਦੀ ਜਿਹੜੀ ਸਜ਼ਾ ਬਣਦੀ ਹੈਗੀ ਹੈ ਇਹਨੂੰ ਉਹ ਮਿਲਣੀ ਚਾਹੀਦੀ ਹੈ। ਤਾਂ ਹੀ ਜਿਹੜਾ ਲੋਕ ਉਸ ਪਰਿਵਾਰ ਦਾ, ਤਾਂ ਹੀ ਜਿਹੜੇ ਲੋਕ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਾਰਿਆ ਹੈਗਾ, ਹਾਲਾਂਕਿ ਉਹ ਕੇਸ ਕਈ ਸਾਹਮਣੇ ਵੀ ਨਹੀਂ ਆਏ, ਉਹਨਾਂ ਲੋਕਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਦਿਲ ਠੰਡਾ ਹੋਣਾ ਹੈ ਤਾਂ ਹੀ ਹੋਣਾ ਜਦੋਂ ਇਹਨੂੰ ਫਾਈਨਲੀ ਸਜ਼ਾ ਹੋਏਗੀ। ਜੀ ਸਰ ਜੀ, ਇੱਕ ਅਹਿਮ ਸਵਾਲ ਜਿਹੜਾ ਹੈਗਾ, ਜਿਸ ਤਰੀਕੇ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਸੈਣੀ ਨੇ ਜਿਹੜੀਆਂ ਅਦਾਲਤ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚਾਰਜੀਆਂ ਲਾਈਆਂ, ਉਹਨਾਂ 'ਚ ਕਰਜ਼ ਇਹ ਵੀ ਸੀ ਕਿ ਮੇਰਾ ਕੇਸ ਇੱਥੋਂ ਬਾਹਰ ਤਬਦੀਲ ਕੀਤਾ ਜਾਵੇ, ਪੰਜਾਬ ਤੋਂ ਬਾਹਰਲੀ ਕਿਸੇ ਏਜੰਸੀ ਨੂੰ ਦਿੱਤਾ ਜਾਵੇ। ਬਹੁਤ ਵੱਡਾ ਸਵਾਲ ਹੈ ਕਿ ਸਮੇਤ ਸੈਣੀ ਜਿਸ ਪੁਲਿਸ ਦਾ ਆਪ ਮੁਖੀ ਰਿਹਾ, ਪਤਾ ਨਹੀਂ ਕੀ ਕੁਝ ਉਹਨਾਂ ਨੇ ਕੀਤਾ ਜਦੋਂ ਉਹ DGP ਰਹੇ, SSP ਰਹੇ, ਹੋਰ ਉੱਚੇ ਅਹੁਦਿਆਂ ਤੇ ਰਹੇ, ਹੁਣ ਆਪਣੀ ਉਸ ਪੁਲਿਸ ਦੇ ਉੱਤੇ ਭਰੋਸਾ ਨਹੀਂ। ਉਹ ਕਹਿ ਰਿਹਾ ਕਿ ਮੇਰਾ ਕੇਸ ਬਾਹਰ ਤਬਦੀਲ ਕੀਤਾ ਜਾਏ। ਇਸ ਦਾ ਮਤਲਬ ਕਿ ਜਿਹੜੀ ਆਪਣੀ ਫੋਰਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕਿਹੜੇ ਕੰਮਾਂ ਲਈ ਇਸਤੇਮਾਲ ਕਰਦਾ ਰਿਹਾ, ਕਿਉਂ ਉੱਠਿਆ ਆਪਣੀ ਪੁਲਿਸ ਤੋਂ ਹੀ ਭਰੋਸਾ? ਇਹ ਵੀ ਆਪਣੇ ਆਪ 'ਚ ਸਵਾਲ ਹੈ ਸਵੈਜ ਜੀ। ਇਹ ਸੈਣੀ ਦੀ ਤਾਂ ਜੀ ਬਹੁਤ ਵੱਡੀ ਕਮਜ਼ੋਰੀ ਹੈਗੀ ਹੈ, ਜਿਹੜਾ ਆਪ ਉਸ ਪੁਲਿਸ ਦਾ ਇੱਕ ਹੈੱਡ ਹੋ ਕੇ, ਮੁਖੀ ਹੋ ਕੇ ਉਸੇ ਪੁਲਿਸ ਤੇ ਅੱਜ ਸਵਾਲ ਖੜੇ ਕਰ ਰਿਹਾ ਹੈ। ਇਹ ਉਹਦਾ ਅੰਦਰ ਦਾ ਡਰ ਹੈਗਾ। ਤੇ ਇੱਕ ਬਹੁਤ ਮੰਦਭਾਗੀ ਗੱਲ ਵੀ ਹੈਗੀ ਹੈ ਕਿ ਤੁਸੀਂ ਜਿਸ ਪੁਲਿਸ ਫੋਰਸ ਨੂੰ ਇੰਨੀ ਦੇਰ ਤੱਕ ਤੁਸੀਂ ਹੈੱਡ ਕੀਤਾ ਤੇ ਤੁਸੀਂ ਇੱਦਾਂ ਕੰਮ ਕਰਦੇ ਰਹੇ ਹੋ, ਤੁਸੀਂ ਅੱਜ ਉਸੇ ਪੁਲਿਸ ਤੇ ਸਵਾਲ ਖੜੇ ਕਰਦੇ ਹੋ ਕਿ ਉਹ ਜੀ ਮੇਰੇ ਨਾਲ ਇਨਸਾਫ ਨਹੀਂ ਕਰਨਗੇ। ਤੇ ਇੱਕ ਤਾਂ ਇਹ ਪੱਖ ਹੈ। ਦੂਜਾ ਹੈਗਾ ਕਿ ਉਹਨੂੰ ਇਹ ਲੱਗਦਾ ਹੈ ਕਿ ਮੈਂ ਅਗਰ CBI ਦੀ ਕੋਲ ਚਲੇ ਜਾਏਗੀ ਜਾਂ ਕਿਤੇ ਹੋਰ ਚਲੇਗੀ ਜਾਂ ਬਾਹਰ ਚਲੇ ਜਾਏਗੀ, ਜਿਹੜੀ ਟ੍ਰਾਇਲ ਚਲੇਗੀ ਜਾਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਹੋਰ ਕਰੇਗੀ, ਜਿਵੇਂ CBI ਦੀ ਗੱਲ ਕਰ ਰਿਹਾ ਹੈ, ਤਾਂ ਸ਼ਾਇਦ ਉਸ ਨੂੰ ਇਹ ਹੈਗਾ ਭੁਲੇਖਾ ਕਿ ਮੈਂ ਬਚ ਰਵਾਂਗਾ ਤੇ ਇਸ ਨੂੰ ਹੋਰ ਡਿਲੇ ਕਰਾਂਗਾ, ਲੰਬਾ ਕਰ ਦਿਆਂਗਾ। ਹੋਰ ਕੇਂਦਰ 'ਚ ਮੈਂ ਅਪਰੋਚ ਕਰਾਂਗਾ, ਮੈਂ ਅਕਾਲੀਆਂ ਨੂੰ ਅਪਰੋਚ ਕਰਾਂਗਾ ਜਿਨ੍ਹਾਂ ਨੇ ਮੈਨੂੰ DGP ਬਣਾ ਕੇ ਰੱਖਿਆ ਇੰਨੀ ਦੇਰ, ਮੈਂ ਉਹਨਾਂ ਦੀ ਸਰਕਾਰ ਆ ਉੱਥੇ, ਮੈਂ ਭਾਜਪਾ ਨਾਲ ਗੱਲ ਕਰਾਂਗਾ। ਉਹਨੂੰ ਉਹ ਬਸ ਭੱਜਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿਸੇ ਤਰ੍ਹਾਂ, ਕਿ ਜਿਹੜਾ ਉਹਦੇ ਗਲ ਤੇ ਫੰਦਾ ਪਿਆ ਹੈ ਇਸ ਦਾ, ਉਹ ਫੰਦੇ ਨੂੰ ਕਿੰਨੀ ਦੇਰ ਦੂਰ ਰੱਖ ਸਕੇ ਜਾਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ, ਪਲੇ ਟਾਈਮ ਗੇਨ ਕਰਨ ਦੀ ਕੋਸ਼ਿਸ਼ ਕਰ ਰਿਹਾ।
ਮਤਲਬ ਕਿ ਉਹਦੀ ਗੱਲ 'ਚ ਕੋਈ ਕੰਮ ਹੈ ਨਹੀਂ ਗਾ, ਕੋਈ ਤਫਤੀਸ਼ ਟ੍ਰਾਂਸਫਰ ਕਰਨ ਦਾ ਬਾਹਰ ਪੰਜਾਬ ਤੋਂ ਜਾਂ CBI ਦੇਣ ਦਾ ਕੋਈ ਗਰਾਊਂਡ ਨਹੀਂ ਬਣਦਾ, ਕੋਈ ਕਾਰਨ ਨਹੀਂ ਬਣਦਾ ਜੀ ਸੁਹੇਜ ਜੀ, ਥੈਂਕ ਯੂ ਵੈਰੀ ਮਚ। ਸੁਹੇਜ ਜੀ, ਤੁਹਾਡੀ ਗੱਲ ਆ ਗਈ ਹੈ। ਕੰਗ ਸਾਹਿਬ ਸਮੇਤ ਸੈਣੀ ਦੇ ਜੋ ਅੱਜ ਅਦਾਲਤ ਨੇ ਫੈਸਲਾ ਦਿੱਤਾ ਹੈ, ਰੱਦ ਕੀਤੀਆਂ ਉਹਦੀਆਂ ਅਰਜ਼ੀਆਂ, ਗ੍ਰਿਫਤਾਰੀ ਲਈ ਰਾਹ ਪੱਧਰਾ ਕਿੱਦਾਂ ਉਹ ਮਾਰੋ ਮਾਰ ਭੱਜਿਆ ਫਿਰਦਾ ਹੈ ਗ੍ਰਿਫਤਾਰੀ ਤੋਂ ਬਚਣ ਦੇ ਲਈ, ਪਰ ਨਾਲ ਹੀ ਸੁਹੇਜ ਜੀ ਨੇ ਕਿਹਾ ਵੀ ਸ਼ਾਇਦ ਉਹ ਹੋਰ ਕੋਈ ਰਸਤਾ ਇਸ ਕਰਕੇ ਲੱਭ ਰਿਹਾ ਹੈ ਕਿਉਂਕਿ ਉਹਦੀਆਂ ਤੰਦਾਂ ਜਾਂ ਜਿਹੜੀਆਂ ਹੈਗੀਆਂ ਸਾਂਝਾਂ ਜਿਹੜੀਆਂ ਕਿਤੇ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਸਮੇਂ 'ਚ ਅਕਾਲੀ ਦਲ ਨਾਲ ਰਹੀਆਂ, ਤੇ ਉਹਨੂੰ ਲੱਗਦਾ ਕਿ ਕੇਂਦਰ 'ਚ ਉਹ ਸੱਤਾ 'ਚ ਬੈਠੇ ਆ ਤੇ ਸ਼ਾਇਦ ਉਹਨੂੰ ਰਿਲੀਫ ਮਿਲ ਸਕਦੀ ਹੈ। ਸਮੇਤ ਸੈਣੀ ਦਾ ਮਾਮਲਾ ਤਾਂ ਹੈ ਹੀ, ਪਰ ਨਾਲ ਦੀ ਨਾਲ ਇੱਕ ਨਵਾਂ ਸਵਾਲ ਜਿਹੜਾ ਸੁਹੇਜ ਜੀ ਨੇ ਖੜਾ ਕੀਤਾ ਹੈ, ਇਹਦੇ ਤੇ ਮੈਂ ਜਵਾਬ ਚਾਹਾਂ ਕੰਗ ਜੀ ਤੁਹਾਡੇ ਤੋਂ। ਨਹੀਂ ਸਿੱਧੂ ਸਾਹਿਬ, ਜਿੱਥੋਂ ਤੱਕ ਗੱਲ ਹੈ ਸਮੇਤ ਸਿੰਘ ਸੈਣੀ ਦੀ, ਇਹ ਸ਼ੁਰੂ ਤੋਂ ਹੀ ਇੱਕ ਬੜਾ ਹੀ ਜਿਹਨੂੰ ਕਹਿ ਲਓ ਵੀ ਕਈ ਤਰ੍ਹਾਂ ਦੀਆਂ ਵਿਰੋਧ ਭਾਸ਼ਾ 'ਚ ਕਈ ਤਰ੍ਹਾਂ ਦੀਆਂ ਉਹਨਾਂ 'ਚ ਘਿਰਿਆ ਰਿਹਾ ਅਫਸਰ, ਕੰਟਰੋਵਰਸ਼ਲ ਰਿਹਾ ਹੈ, ਕੰਟਰੋਵਰਸ਼ੀਅਲ ਵੀ ਰਿਹਾ ਹੈ, ਕੌਨਫਲਿਕਟ ਬਹੁਤ ਰਹੇ ਆ। ਇੱਕ ਪਾਸੇ ਤੇ ਪ੍ਰੋਫੈਸ਼ਨਲੀ ਉਹਨੂੰ ਐਫੀਸ਼ੀਐਂਟ ਮੰਨਿਆ ਜਾਂਦਾ ਸੀ, ਲੇਕਿਨ ਹਿਊਮਨ ਰਾਈਟਸ ਗਰਾਊਂਡ ਤੇ ਹਮੇਸ਼ਾ ਹੀ ਉਹ ਉਹਨਾਂ ਦੇ ਟਾਰਗੇਟ ਤੇ ਰਿਹਾ ਔਰ ਉਹਨੇ ਕਈ ਵਾਇਲੇਸ਼ਨ ਵੀ ਕੀਤੇ ਆ। ਔਰ ਮੈਨੂੰ ਲੱਗਦਾ ਹੈ ਵੀ ਜੇ ਉਹਨੇ ਗੁਨਾਹ ਕੀਤੇ ਆ ਤੇ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ। ਤੇ ਜੇ ਮਾਣਯੋਗ ਹਾਈ ਕੋਰਟ ਨੇ ਕੋਈ ਫੈਸਲਾ ਲਿਆ ਹੈ ਔਰ ਉਹਦੀ ਜ਼ਮਾਨਤ ਰੱਦ ਕਰਕੇ ਔਰ ਉਹ ਜਿਹੜਾ ਉਹਦਾ ਕੇਸ ਟ੍ਰਾਂਸਫਰ ਨਹੀਂ ਕਰਨਾ ਔਰ ਕੁਐਸ਼ਿੰਗ ਨੂੰ ਰੱਦ ਕਰਕੇ, ਇਹ ਮੈਨੂੰ ਲੱਗਦਾ ਹੈ ਵੀ ਨਿਆਂ ਪ੍ਰਕਿਰਿਆ ਦਾ ਇੱਕ ਅੱਛਾ ਫੈਸਲਾ ਹੈ, ਕਿਉਂਕਿ ਬਹੁਤ ਸਾਰੀਆਂ ਧਿਰਾਂ ਔਰ ਖਾਸ ਕਰ ਜਿਹੜੇ ਹਿਊਮਨ ਰਾਈਟਸ ਦੀ ਆਵਾਜ਼ ਉਠਾਉਂਦੇ ਰਹੇ ਆ ਪੰਜਾਬ 'ਚ ਲੋਕ, ਉਹ ਹਮੇਸ਼ਾ ਹੀ ਇਹਨੂੰ ਕੈਟੇਗਰੀ 'ਚ ਖੜੇ ਕਰਦੇ ਰਹੇ ਆ ਔਰ ਹਮੇਸ਼ਾ ਹੀ ਕੰਟਰੋਵਰਸ਼ੀਅਲ ਰਿਹਾ ਜਦੋਂ ਤੋਂ ਇਹਦਾ ਕੈਰੀਅਰ ਸ਼ੁਰੂ ਹੋਇਆ। ਤੇ ਮੈਨੂੰ ਲੱਗਦਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਜਿਹੜੇ ਬੰਦੇ ਨੇ ਗੁਨਾਹ ਕੀਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਰਹੀ ਗਈ ਸੈਂਟਰ ਦੀ, ਸੈਂਟਰ ਦਾ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਬਚਾਅ ਕਰਨ ਵਾਲੀ ਗੱਲ ਨਹੀਂ ਹੈਗੀ, ਨਾ ਉਹਦੀ ਇਹ ਪ੍ਰੈਰੋਗੇਟਿਵ ਹੈ, ਨਾ ਉਹਦੀ ਡਿਸਕ੍ਰਿਸ਼ਨ ਹੈ, ਨਾ ਉਹਦੇ 'ਚ ਆਉਂਦਾ। ਇਹ ਇੱਕ ਜੁਡੀਸ਼ੀਅਲ ਮੈਟਰ ਹੈ ਔਰ ਕੋਰਟਾਂ ਨੇ ਇੰਡੀਪੈਂਡੈਂਟ ਜੁਡੀਸ਼ਰੀ ਹੈ ਸਾਡੇ ਮੁਲਕ ਦੀ, ਕੋਰਟਾਂ ਨੇ ਇੰਡੀਪੈਂਡੈਂਟਲੀ ਉਸ 'ਤੇ ਫੈਸਲਾ ਕਰਨਾ ਹੈ। ਔਰ ਮੈਨੂੰ ਲੱਗਦਾ ਹੈ ਜੁਡੀਸ਼ਰੀ ਆਪਣੇ ਵਿਵੇਕ ਨਾਲ, ਸਬੂਤ ਨਾਲ ਔਰ ਜਿਹੜੇ ਕਰਮ ਮਾੜੇ ਕੀਤੇ ਆ ਉਹਨਾਂ ਦੇ ਆਧਾਰ ਤੇ ਫੈਸਲਾ ਲੈ ਰਹੀ ਹੈ। ਔਰ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਹੋਈ ਆ, ਅਨਿਆਏ ਹੋਇਆ ਹੈ, ਇਨਜਸਟਿਸ ਹੋਇਆ, ਚਾਹੇ ਉਹ ਮੁਲਤਾਨੀ ਹੈ ਚਾਹੇ ਬਾਕੀ ਕੇਸ ਹੈ, ਜਿਹੜਾ ਵੀ ਗੁਨਾਹਗਾਰ ਹੈ ਚਾਹੇ ਉਹ ਸੈਣੀ ਹੈ ਜਾਂ ਹੋਰ ਉਹਦੀ ਟੀਮ 'ਚ ਕੋਈ ਬੰਦੇ ਹੋਣਗੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਸਟ੍ਰਿਕਟ ਸਜ਼ਾ ਮਿਲਣੀ ਚਾਹੀਦੀ ਆ। ਕਾਨੂੰਨ ਦਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ। ਲੋਕਾਂ ਦਾ ਜਿਹੜਾ ਭਰੋਸਾ ਹੈ, ਵਿਸ਼ਵਾਸ ਹੈ, ਉਹ ਕਾਨੂੰਨ ਤੇ ਜਿਹੜਾ ਹੈ ਬਣਿਆ ਰਹਿਣਾ ਚਾਹੀਦਾ ਜੀ। ਕੰਗ ਸਾਹਿਬ, ਜਿਹੜਾ ਇੱਕ ਸਵਾਲ ਮੈਂ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਲੈਣਾ ਚਾਹਾਂਗਾ, ਕਿਉਂ ਉਹ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਨਹੀਂ ਜੀ CBI ਜਾਂ ਕਿਸੇ ਬਾਹਰਲੀ ਏਜੰਸੀ ਨੂੰ ਜਿਹੜਾ ਕਿ ਜਾਂਚ ਦਿੱਤੀ ਜਾਵੇ। ਜਿੱਦਾਂ ਮੈਂ ਸੁਹੇਜ ਜੀ ਨੂੰ ਵੀ ਕਿਹਾ, ਪੰਜਾਬ ਪੁਲਿਸ ਜਿਹਦਾ ਆਪਦਾ ਮੁਖੀ ਰਿਹਾ, ਹੁਣ ਉਹਨੂੰ ਲੱਗਦਾ ਕਿ ਇੱਥੇ ਸਿਆਸਤ ਹੋ ਰਹੀ ਹੈ, CBI ਜਿਹੜੀ ਆਏਗੀ ਜਾਂ ਬਾਹਰਲੀ ਏਜੰਸੀ ਆਏਗੀ, ਕਿਉਂ ਉਹਦੇ ਤੇ ਭਰੋਸੇ ਦੀ ਗੱਲ ਕਰ ਰਿਹਾ? ਵੇਖੋ ਜੀ, ਜਿਹੜਾ ਅਪਰਾਧੀ ਹੁੰਦਾ ਹੈ, ਮੁਜਰਮ ਹੁੰਦਾ ਹੈ ਸਿੱਧੂ ਸਾਹਿਬ, ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਬਚਾਂ। ਇਹ ਆਪਣੇ ਆਪ 'ਚ ਬੜੀ ਮੰਦਭਾਗੀ ਤੇ ਬੜੀ ਅਨਫੋਰਚੂਨੇਟ ਗੱਲ ਹੈ ਜਿਹੜਾ ਸਿਸਟਮ ਦਾ ਹੈਡ ਰਿਹਾ ਹੋਵੇ, ਮੁਖੀਆ ਰਿਹਾ ਹੋਵੇ ਔਰ ਖਾਸ ਕਰ ਪੁਲਿਸ ਤੰਤਰ ਦਾ, ਅੱਜ ਉਹ ਜਦੋਂ ਆਪਣੇ ਬਚਾਅ 'ਚ ਉਸ ਤੰਤਰ ਤੇ ਹੀ ਸਵਾਲੀਆ ਨਿਸ਼ਾਨ ਸ਼ੱਕ ਕਰ ਰਿਹਾ ਹੈ, ਉਹਨੂੰ ਭਰੋਸਾ ਨਹੀਂ ਆ। ਤੇ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਸਾਡੇ ਮੁਲਕ ਦਾ ਜਿਹੜਾ ਇਹ ਤੰਤਰ ਹੈ ਉਹ ਕਿੰਨਾ ਕਮਜ਼ੋਰ ਹੈ ਔਰ ਕਿੰਨਾ ਵੀਕ ਹੈ ਔਰ ਕਿੰਨਾ ਇਨਜਸਟਿਸ ਪਿਛਲੇ ਟਾਈਮਾਂ 'ਚ ਵੀ ਲੋਕਾਂ ਦਾ ਹੁੰਦਾ ਆਇਆ, ਆਉਣ ਵਾਲੇ ਟਾਈਮ 'ਚ ਵੀ ਹੋ ਰਿਹਾ, ਇਸ ਟਾਈਮ ਮੌਜੂਦਾ ਟਾਈਮ 'ਚ ਵੀ। ਮੈਨੂੰ ਲੱਗਦਾ ਹੈ ਵੀ ਇੱਕ ਅਪਰਾਧੀ ਹੋਣ ਦੇ ਨਾਤੇ ਉਹ ਆਪਣੀ ਚਾਰਾਗੋਈ ਕਰ ਰਿਹਾ ਹੈ, ਵੱਖ-ਵੱਖ ਥਾਵਾਂ ਤੇ ਆਪਣੀ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਲੱਗਦਾ ਕਾਨੂੰਨ ਆਪਣਾ ਕੰਮ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਸਬੂਤਾਂ ਦੇ ਆਧਾਰ ਤੇ, ਨਿਆਂ ਪ੍ਰਕਿਰਿਆ ਦੇ ਆਧਾਰ ਤੇ, ਹਿਊਮਨ ਰਾਈਟਸ ਗਰਾਊਂਡ ਦੇ ਆਧਾਰ ਤੇ, ਜਸਟਿਸ ਦੇ ਆਧਾਰ ਤੇ ਕਰੂਗਾ ਔਰ ਜਿਹੜਾ ਦੋਖੀ ਆ ਉਹਨੂੰ ਫਾਇਲ ਲਾਊਗਾ। ਓਕੇ, ਬਿਲਕੁਲ ਸਹੀ। ਜਿਹੜਾ ਹੈਗਾ ਦੋਖੀ ਨੂੰ ਫਾਇਲ ਲੱਗਣਾ ਚਾਹੀਦਾ ਹੈ। ਅਮਰਿੰਦਰ ਜੀ, ਤੁਸੀਂ ਸੁਹੇਜ ਦੇ ਕਮੈਂਟਸ ਵੀ ਲਏ ਹੈ ਔਰ ਕੰਗ ਸਾਹਿਬ ਨੂੰ ਵੀ ਸੁਣਿਆ। ਸਵਾਲ ਇਹ ਵੀ ਹੈ ਕਿ 29 ਸਾਲ ਜਿਹੜਾ ਹੈਗਾ ਪਹੁੰਚਣ ਤੋਂ ਬਾਅਦ ਜਦੋਂ ਹੁਣ ਇੱਕ FIR ਦਰਜ ਹੋਈ ਹੈ ਤਾਂ ਉਸ ਤੋਂ ਬਚਣ ਦੇ ਲਈ ਕਿਸ ਤਰੀਕੇ ਦੀਆਂ ਕਾਨੂੰਨੀ ਚਾਰਾਜੋਈਆਂ ਕੀਤੀਆਂ ਜਾ ਰਹੀਆਂ। ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੜੀ ਛਾਪੇਮਾਰੀ ਕਰ ਰਹੇ ਹਾਂ, ਉਹਦਾ ਪਤਾ ਨਹੀਂ ਲੱਗ ਗਿਆ ਕਿੱਧਰ ਗਿਆ। ਇਹ ਜਿਹੜੀਆਂ ਪ੍ਰਸਥਿਤੀਆਂ ਹੈਗੀਆਂ ਅਮਰਿੰਦਰ ਜੀ, ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸਿੱਧੂ ਸਾਹਿਬ, ਮੈਂ ਸਲੈਸ ਸਾਹਿਬ ਦੇ ਵੀ ਸੁਣੇ ਵਿਚਾਰ, ਕੰਗ ਸਾਹਿਬ ਦੇ ਵੀ ਸੁਣੇ। ਕਹਿਣ ਨੂੰ ਗੱਲਾਂ ਬਹੁਤ ਸੋਹਣੀਆਂ ਹੈ ਕਿ ਨਿਆਂ ਹੋਣਾ ਚਾਹੀਦਾ ਹੈ ਤੇ ਸਾਡੇ ਦੇਸ਼ ਦਾ ਤੰਤਰ ਬੜਾ ਮਜ਼ਬੂਤ ਹੈ ਤੇ ਸਭ ਕੁਝ ਠੀਕ ਕਰ ਰਿਹਾ ਹੈ, ਪਰ ਹਕੀਕਤ ਇਹ ਹੈ ਕਿ 29 ਸਾਲ ਤੋਂ ਜਿਹੜਾ ਵਿਕਟਮ ਹੈ
29 ਸਾਲ ਤੋਂ ਵਿਕਟਮ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਜਿਹੜੇ ਲੋਕ ਪਾਵਰ ਦੀ ਗੈਲਰੀ ਦੇ ਵਿੱਚ ਦੰਦਨਾਦੇ ਘੁੰਮ ਰਹੇ ਆ ਉਹ ਅਜੇ ਵੀ ਖੁੱਲੇ ਘੁੰਮ ਰਹੇ ਆ। ਅਜੇ ਵੀ ਜਿਹੜੇ ਸੈਣੀ ਸਾਹਿਬ ਕਹਿ ਰਹੇ ਆ ਕਿ ਵੀ ਮੈਨੂੰ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਸੀਬੀਆਈ ਨੂੰ ਇਨਕੁਆਇਰੀ ਦਿਓ, ਉਹ ਅਜੇ ਵੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਲੈ ਕੇ ਘੁੰਮ ਰਹੇ ਆ। ਸ਼ਨੀਚਰਵਾਰ ਨੂੰ ਉਹਨਾਂ ਨੂੰ ਦਿੱਲੀ ਦੇ ISBT ਦੇ ਕੋਲ ਦੇਖਿਆ ਗਿਆ ਜਿੱਥੇ ਉਹਨਾਂ ਦੇ ਨਾਲ ਜਿਪਸੀ ਸੀ ਪੰਜਾਬ ਪੁਲਿਸ ਦੀ ਤੇ ਲਾਲ ਲਾਈਟ ਤੇ ਖੜੇ ਸੀ ਤੇ ਚਾਰੋਂ ਪਾਸੇ ਉਹਨਾਂ ਦੇ ਜਿਹੜੇ ਪੰਜਾਬ ਪੁਲਿਸ ਦੇ ਗਾਰਡ ਜਿਹੜੇ ਆ ਖੜੇ ਸੀਗੇ ਤੇ ਲੋਕਾਂ ਨੇ ਜਿਹੜੇ ਸਿੱਖ ਹੈਗੇ ਉਹ ਉਹਨਾਂ ਨੂੰ ਬਹੁਤ ਦੂਰ ਤੋਂ ਪਛਾਣਦੇ ਆ ਕਿ ਵੀ ਇਹ ਕਿਹੜਾ ਪੰਜਾਬ ਦਾ ਮੰਤਰੀ ਹੈ ਜਿਹਨੂੰ ਇੰਨਾ ਘੇਰਾ ਪਾਈ ਖੜਾ ਤੇ ਜਦੋਂ ਦੇਖਿਆ ਤੇ ਅੱਗੇ ਸੈਣੀ ਸਾਹਿਬ ਬੈਠੇ ਗੱਡੀ 'ਚ। ਸੋ ਮਤਲਬ ਕਹਿਣ ਦੀਆਂ ਹੀ ਗੱਲਾਂ ਹੈ ਕਿ ਬਈ ਇਸਰਾਜ ਸਾਹਿਬ ਕਹਿ ਰਿਹਾ ਕਿ ਕਾਨੂੰਨ ਕੰਮ ਕਰ ਰਿਹਾ, ਕਾਨੂੰਨ ਕੰਮ ਨਹੀਂ ਕਰ ਰਿਹਾ। ਕਾਨੂੰਨ ਜਿਹੜਾ ਕਾਤਲ ਦੇ ਨਾਲ ਖੜਾ ਹੈ, ਦੇਖਣ ਨੂੰ ਮਿਲ ਰਿਹਾ ਕਿ ਕਾਨੂੰਨ ਕਾਤਲ ਨਾਲ ਖੜਾ ਹੈ ਤੇ SIT ਨੇ ਬਹੁਤ ਲੰਬੀ ਰੱਸੀ ਉਹਨਾਂ ਨੂੰ ਛੱਡੀ ਹੋਈ ਹੈ ਕਿ ਜਾਓ ਤੁਸੀਂ ਜੋ ਕਰਨਾ ਕਰ ਲਓ। ਜੇਕਰ ਸੈਣੀ ਦੀ ਥਾਂ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਹੁੰਦਾ ਤੇ ਉਹਨੂੰ ਸ਼ਾਮ ਨਹੀਂ ਪੈਣ ਦਿੰਦੀ ਪੁਲਿਸ ਤੇ ਉਹ ਫਿਰ ਮੈਂ ਵੀ ਹਰਜੀਤ ਹੋ ਜਾਂਦਾ ਹੈ। ਤੇ ਅੱਜ ਹੁਣ ਦਿਨਕਰ ਗੁਪਤਾ ਜੀ ਕਹਿ ਰਹੇ ਆ ਕਿ ਜੀ ਮੈਨੂੰ ਤਾਂ ਜੀ ਲੱਭ ਹੀ ਨਹੀਂ ਰਿਹਾ ਜੀ, ਸਾਡੇ ਕੋਲੋਂ ਤਾਂ ਜੀ ਭੱਜ ਗਿਆ ਜੀ, ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਆ। ਤਾਂ ਮਤਲਬ ਇਹ ਕਿਹਨੂੰ ਸੁਣਾ ਰਹੇ ਆ ਉਹ ਕਿ ਕਿਹਦੇ ਕੋਲੋਂ ਭੱਜ ਗਿਆ ਸੈਣੀ? ਦਿਨਕਰ ਗੁਪਤੇ ਕੋਲੋਂ ਭੱਜ ਗਿਆ। ਦਿਨਕਰ ਗੁਪਤੇ ਨੇ ਤਾਂ ਆਪ ਸਿਕਿਉਰਿਟੀ ਦਿੱਤੀ ਹੋਈ ਹੈ ਤੇ ਕਾਂਗਰਸ ਸਰਕਾਰ ਦਾ ਪੂਰੇ ਉਹਦੇ ਤੇ ਛਤਰ ਛਾਇਆ ਹੈ, ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਹੋਵੇ, ਛਤਰ ਛਾਇਆ ਉਹਦੇ ਤੇ ਰਹੀ ਹੈ। ਹਿੰਦੂ ਰਾਸ਼ਟਰ ਦੀ ਛਤਰ ਛਾਇਆ ਉਹਦੇ ਉੱਤੇ। ਤੇ ਜੇ ਉਹ ਕਰਕੇ ਹਿੰਦੂ ਨਾ ਹੁੰਦਾ ਜਾਂ ਕੋਈ ਮਾਈਨੋਰਿਟੀ ਦਾ ਬੰਦਾ ਹੁੰਦਾ ਤੇ ਫਿਰ ਅਸੀਂ ਦੇਖਦੇ ਵੀ ਉਹ ਕਿਵੇਂ ਭੱਜਦਾ ਹੈ, ਕਿਉਂਕਿ ਉਹ ਹਿੰਦੂ ਰਾਸ਼ਟਰ ਦਾ ਬਹੁਤ ਵੱਡਾ ਸਿੱਪਾ ਸਲਾਰ ਹੈ, ਵੱਡਾ ਜਰਨੈਲ ਹੈ ਹਿੰਦੂ ਰਾਸ਼ਟਰ ਦਾ। ਉਹ ਕਹਿੰਦਾ ਮੈਂ ਹੀ, ਜਿਵੇਂ ਟਟੀਰੀ ਕਹਿੰਦੀ ਆ ਮੈਂ ਚੱਕਿਆ ਹਿੰਦੂ ਰਾਸ਼ਟਰ ਆਪਣੇ ਮੋਢਿਆਂ ਤੇ ਆਪਣੀ ਲੱਤਾਂ ਤੇ, ਐਵੇਂ ਉਹ ਕਹਿੰਦਾ ਮੈਂ ਚੱਕਿਆ ਹੋਇਆ ਹਿੰਦੂ ਰਾਸ਼ਟਰ ਤੇ ਹਿੰਦੂ ਰਾਸ਼ਟਰ ਉਹਦੇ ਪਿੱਛੇ ਖੜਾ ਹੁਣ ਤੇ ਹਿੰਦੂ ਰਾਸ਼ਟਰ ਨੂੰ ਫੜਨ ਦੀ ਉਹਦੀ ਹਿੰਮਤ ਨਹੀਂ ਹੈ। ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹੈ ਕਿ ਜਦੋਂ ਇਹ ਕੇਸ ਦਾ ਅਖੀਰਲਾ ਨੋਟ ਲਿਖਿਆ ਜਾਏਗਾ ਤੇ ਸੈਣੀ ਨੂੰ ਕੁਝ ਵੀ ਨਹੀਂ ਹੋਏਗਾ। ਭਾਵੇਂ ਉਹਨੂੰ ਮਜਬੂਰੀ ਬਸ ਫੜ ਕੇ ਇੱਕ ਦਿਨ ਅੰਦਰ ਕਰਕੇ ਜ਼ਮਾਨਤ ਦੇ ਦੇਣ, ਪਰ ਅਖੀਰ ਦੇ ਵਿੱਚ ਜਦੋਂ ਇਹਦੀ ਜਜਮੈਂਟ ਆਏਗੀ ਸੈਣੀ ਬਿਲਕੁਲ ਸਾਫ਼ ਜਾਏਗਾ ਬਰੀ, ਕਿਉਂਕਿ ਹਿੰਦੂ ਰਾਸ਼ਟਰ ਚਾਹੁੰਦਾ ਨਹੀਂ ਹੈ ਕਿ ਨਿਆਂ ਹੋਵੇ। ਉਹ ਸਿਰਫ ਨਿਆਂ ਕਰਨਾ ਮਾਈਨੋਰਿਟੀ ਦੇ ਨਾਲ ਜਾਣਦਾ ਹੈ, ਮੁਸਲਮਾਨਾਂ ਨਾਲ ਜਾਣਦਾ ਹੈ, ਸਿੱਖਾਂ ਨਾਲ ਜਾਣਦਾ, ਈਸਾਈਆਂ ਨਾਲ ਜਾਣਦਾ। ਨਿਆਂ ਕਰਨਾ ਹਿੰਦੂ ਰਾਸ਼ਟਰ ਹਿੰਦੂਆਂ ਨਾਲ ਨਿਆਂ ਕਰਨਾ ਨਹੀਂ ਜਾਣਦਾ। ਉਹਨਾਂ ਨੂੰ ਉਹ ਪ੍ਰੋਟੈਕਟ ਕਰਦਾ ਤੇ ਉਹਨਾਂ ਨੂੰ ਉਹ ਜਹਾਲਤ ਵੱਲ ਤੋਰਦਾ ਹੈ। ਇਹ ਇਸ ਦੇਸ਼ ਦੀ ਸੱਚਾਈ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜੀ ਅਮਰਿੰਦਰ ਜੀ, ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਕਹਿ ਰਹੇ ਹੋ ਕਿ ਹਿੰਦੂ ਰਾਸ਼ਟਰ ਹੈ ਜਿਹੜਾ ਉਹਦੀ ਛਤਰਛਾਇਆ ਉਹਦੇ ਸਿਰ ਤੇ ਹੈ, ਪਰ ਜਿਹੜੀ ਮੀਡੀਆ 'ਚ ਲਗਾਤਾਰ ਰਿਪੋਰਟਾਂ ਆ ਰਹੀਆਂ ਕਿ ਪੁਲਿਸ ਉਸ ਦੇ ਪਿੱਛੇ ਹੈ, ਪੁਲਿਸ ਉਹਦਾ ਪਿੱਛਾ ਕਰ ਰਹੀ ਹੈ, ਥਾਂ ਥਾਂ ਛਾਪੇ ਮਾਰੇ ਜਾ ਰਹੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਾਰੀ ਡਰਾਮੇਬਾਜ਼ੀ ਹੈ? ਬਿਲਕੁਲ ਡਰਾਮੇਬਾਜ਼ੀ ਹੈ। ਐਡੀ ਵੱਡੀ ਐਡੀ ਕਮਜ਼ੋਰ ਪੁਲਿਸ ਨਹੀਂ ਹੈ ਹਿੰਦੂ ਰਾਸ਼ਟਰ ਦੀ ਕਿ ਬਈ ਐ ਬੰਦਾ ਉਹਨਾਂ ਦੇ ਕੋਲੋਂ ਭੱਜੇਗਾ। ਜੇ ਜੈਡ ਸਿਕਿਉਰਿਟੀ ਦਾ ਬੰਦਾ, ਉਹ ਤਾਂ ਬੰਦੇ ਨੂੰ ਪਤਾਲ ਚੋਂ ਕੱਢ ਲੈਂਦੇ ਆ, ਉਹਦਾ ਟੱਬਰ ਚੱਕ ਲੈਂਦੇ। ਇਹ ਭਗੌੜੇ ਦਿਨਾਂ ਦੇ ਵਿੱਚ ਕਿਹਦੇ ਕੋਲ ਰਿਹਾ ਇਹ ਪਤਾ ਨਹੀਂ ਹੈ ਹਿੰਦੂ ਰਾਸ਼ਟਰ ਦੀ ਪੁਲਿਸ ਨੂੰ। ਪਤਾ ਹੈ ਉਹਨਾਂ ਨੂੰ ਕਿਹਦੀ ਸ਼ਰਨ ਚ ਰਿਹਾ, ਕਿਹਨੇ ਉਹਨੂੰ ਰਾਤ ਨੂੰ ਰੱਖਿਆ, ਇਹ ਵੀ ਪਤਾ ਹੈ ਹਿੰਦੂ ਰਾਸ਼ਟਰ ਦੀ ਪੁਲਿਸ ਨੂੰ। ਲੇਕਿਨ ਉਹ ਉਹਨਾਂ ਨੂੰ ਕੁਝ ਨਹੀਂ ਕਹੇਗੀ ਪਨਾਹਗਾਰਾਂ ਨੂੰ। ਜੇਕਰ ਉਹ ਸਿੱਖਾਂ ਦੇ ਪਨਾਹਗਾਰ ਹੋਣ ਜਾਂ ਮੁਸਲਮਾਨਾਂ ਦੇ ਪਨਾਹਗਾਰ ਹੋਣ ਫਿਰ ਉਹਨਾਂ ਦਾ ਜੀਣਾ ਹਰਾਮ ਕਰ ਦੇਣਗੇ, ਪਰ ਕਿਉਂਕਿ ਉਹ ਉਹਨਾਂ ਦਾ ਆਪਣਾ ਬੰਦਾ ਹੈ ਇਸ ਕਰਕੇ ਉਹਨੂੰ ਕੁਝ ਨਹੀਂ ਕਹਿਣਗੇ। ਇਹ ਸਭ ਕਹਿਣ ਦੀਆਂ ਗੱਲਾਂ, ਨਿਊ ਸਭ ਇਹ ਅਖੀਰ ਦੇ ਵਿੱਚ ਆਪਾਂ ਦੇਖਾਂਗੇ ਸੈਣੀ ਬਿਲਕੁਲ ਸਾਫ਼ ਬਰੀ ਜਾਏਗਾ। ਜੀ ਅਮਰਿੰਦਰ ਜੀ, ਤੁਹਾਡਾ ਆਪਣਾ ਨਜ਼ਰੀਆ। ਮੈਂ ਇਸ ਮੁੱਦੇ ਤੇ ਜਿਹੜਾ ਕਿ ਸੋਹਿਤ ਜੀ ਤੋਂ ਸਵਾਲ ਲੈਣਾ ਚਾਹਾਂਗਾ। ਸੋਹਿਤ ਜੀ, ਅਮਰਿੰਦਰ ਜੀ ਦੇ ਕਮੈਂਟਸ ਤੁਸੀਂ ਸੁਣਿਆ, ਉਹਨਾਂ ਨੇ ਕਿਹਾ ਜਿਹੜੀ ਪੁਲਿਸ ਛਾਪੇਮਾਰੀ ਦੀ ਗੱਲ ਹੈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਕੇਂਦਰੀ ਪੱਧਰ ਤੇ ਉਹਨੂੰ ਬਹੁਤ ਵੱਡੀ ਛਤਰਛਾਇਆ ਹੈਗੀ ਹੈ ਜਿਹਦੇ ਕਰਕੇ ਜਿਹੜਾ ਹੈਗਾ ਉਸ ਨੂੰ ਕੋਈ ਹੱਥ ਨਹੀਂ ਪਾਇਆ ਜਾ ਰਿਹਾ, ਔਰ ਜੇ ਪਾਇਆ ਵੀ ਜਾਏਗਾ ਤਾਂ ਇੱਕ ਅੱਧੇ ਦਿਨ ਦੀ ਗੱਲ ਹੋਏਗਾ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ। ਅਮਰਿੰਦਰ ਜੀ ਦਾ ਕਹਿਣਾ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ, ਸਿਰਫ ਜਿਹੜਾ ਹੈਗਾ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਦੇਖੋ, ਜਿੱਥੋਂ ਤੱਕ ਤਾਂ ਗੱਲ ਹੈਗੀ ਹੈ ਹਿੰਦੂ ਰਾਸ਼ਟਰ ਦੁਆਰਾ ਸੈਣੀ ਨੂੰ ਜਿਹੜੀ ਹੈਗੀ ਉਹਦੀ ਸ਼ੈਲਟਰ ਕਰਨੀ, ਪਨਾਹ ਦੇਣੀ, ਇਹਦਾ ਜਵਾਬ ਤਾਂ ਕੰਗ ਸਾਹਿਬ ਦੇਣਗੇ। ਜੋ ਪੰਜਾਬ ਪੁਲਿਸ ਦੀ ਗੱਲ ਹੈਗੀ ਜਾਂ ਪੰਜਾਬ ਸਰਕਾਰ ਦੀ ਗੱਲ ਹੈਗੀ ਹੈ ਤਾਂ ਅਮਰਿੰਦਰ ਸਿੰਘ ਜੀ, ਜੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸੈਣੀ ਦੀ ਕਿਸੇ ਤਰ੍ਹਾਂ ਨਾਲ ਮਦਦ ਕਰ ਰਹੀ ਹੁੰਦੀ ਤਾਂ ਅੱਜ ਨੌਬਤ ਸੈਣੀ ਵਾਸਤੇ ਇੱਥੇ ਤੱਕ ਨਹੀਂ ਪਹੁੰਚਣੀ ਸੀਗੀ। ਜਿਵੇਂ ਅੱਜ ਉਹ ਭੱਜਿਆ ਫਿਰਦਾ ਹੈ ਤੇ ਪੂਰੀ ਪੁਲਿਸ ਉਹਦੇ ਪਿੱਛੇ ਫਿਰਦੀ ਹੈ ਤੇ ਉਹ ਲੁਕਿਆ ਫਿਰਦਾ, ਉਹ ਪੁਲਿਸ ਨੂੰ ਮਾੜਾ ਕਹਿ ਰਿਹਾ, ਪੰਜਾਬ ਸਰਕਾਰ ਨੂੰ ਮਾੜਾ ਕਹਿ ਰਿਹਾ, ਸਾਰੀਆਂ ਗੱਲਾਂ ਹੋ ਰਹੀਆਂ ਨੇ। ਅਗਰ 1% ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਉਹਦਾ ਕੋਈ ਮਦਦ ਉਹਦੀ ਕਰ ਰਹੀ ਹੁੰਦੀ ਤਾਂ ਇਹ ਗੱਲ ਨਹੀਂ ਸੀ ਹੋਣੀ। ਰਾਦਰ ਉਲਟ ਅੱਜ ਕੱਲ੍ਹ ਉਲਟ ਹੈ ਹਵਾ। ਅੱਜ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਸੈਣੀ ਦੇ ਖਿਲਾਫ ਹਵਾ ਚੱਲ ਰਹੀ ਹੈ। ਇੱਥੋਂ ਤੱਕ ਇਸੇ ਕਰਕੇ ਪਹੁੰਚਿਆ ਹੈਗਾ ਮਸਲਾ ਜਿਹੜਾ ਪਹੁੰਚਿਆ। ਅੱਜ ਉਹਦੀ ਧੌਣ ਤੇ ਹੱਥ ਪਿਆ, ਉਹਦੀ ਗਰਦਨ ਤੇ ਜਿਹੜਾ ਰੱਸਾ ਪਿਆ ਅੱਜ, ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਜਿਹੜੀ ਸਹੀ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਉਹਨਾਂ ਨੇ ਕੀਤੀ ਹੋਈ ਹੈ ਤੇ ਉਹਦੇ ਪਿੱਛੇ ਪਏ ਨੇ। ਇਸੇ ਕਰਕੇ ਅੱਜ ਇਸ ਤੇ ਆਪਾਂ ਪਹੁੰਚੇ ਹਾਂ ਕਿ ਅੱਜ ਸੈਣੀ ਜਿਹੜਾ ਹੈਗਾ ਉਹ ਮਤਲਬ ਇੱਕ
ਉਹਦੇ ਤੇ ਟਾਰਗੇਟ, ਉਹਦੇ ਤੇ ਗੱਲ ਤੇ ਜਿਹੜਾ ਪੰਜਾ ਪਹੁੰਚ ਚੁੱਕਾ ਹੈਗਾ, ਇਸੇ ਕਰਕੇ ਹੈਗਾ। ਜੀ ਸਰ ਜੀ, ਗੱਲ ਦਾ ਜਵਾਬ ਕੰਮ ਸਰ ਜੀ ਜੀ ਸਰ ਦੂਜੀ ਜਵਾਬ ਦਾ ਆਪਾਂ ਗੱਲ ਕਰਦੇ ਹਾਂ ਦੂਜੀ ਗੱਲ ਦਾ, ਪਰ ਜੋ ਤੁਹਾਡੇ ਵੱਲੋਂ ਜਵਾਬ ਦੀ ਗੱਲ ਕੀਤੀ ਜਾ ਰਹੀ ਹੈ ਅਮਰਿੰਦਰ ਜੀ ਵੱਲੋਂ, ਉਹਨਾਂ ਦਾ ਕਹਿਣਾ ਹੈ ਕਿ ਕੀ ਐਡੀ ਗੱਲ ਹੈਗੀ ਹੈ ਕਿ ਸਮੇਤ ਸੈਣੀ ਵਰਗੀ ਹਸਤੀ ਜਿਹਨੂੰ ਸਾਰੇ ਜਿੱਥੋਂ ਜਿਹੜੀ ਸੜਕ ਤੋਂ ਦੀ ਲੰਘੇਗਾ ਉਹਨੂੰ ਦੁਨੀਆ ਪਹਿਚਾਣਦੀ ਹੈ, ਉਹ ਜਿਹੜਾ ਰੂਪੋਸ਼ ਹੋਇਆ ਫਿਰ ਇਹ ਜਿਹਨੂੰ ਲੱਭਣ ਲਈ ਛਾਪੇ ਮਾਰੇ ਜਾਣ, ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ। ਸਮੇਤ ਸੈਣੀ ਵਰਗਾ ਜਿਹਨੂੰ ਐਡੀ ਵੱਡੀ ਸਿਕਿਉਰਿਟੀ ਸੁਰੱਖਿਆ ਮਿਲੀ ਹੋਵੇ, ਉਸ ਦਾ ਪਤਾ ਨਾ ਲੱਗੇ ਕਿ ਸਮੇਤ ਸੈਣੀ ਕਿੱਥੇ ਹੈ। ਨਹੀਂ, ਮੈਂ ਇਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ, ਕਿਉਂਕਿ ਸੁਮੇਧ ਸਿੰਘ ਸੈਣੀ ਨੂੰ ਖੁਦ ਸਾਰੀਆਂ ਪੁਲਿਸ ਦੀਆਂ ਜੋ ਤਰੀਕੇ ਹੁੰਦੇ ਨੇ ਫੜਨ ਦੇ, ਬਚਣ ਦੇ, ਉਹ ਖੁਦ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਇੰਨੇ ਸਾਲ ਰਿਹਾ ਹੈ, ਮੁਖੀ ਰਿਹਾ ਪੰਜਾਬ ਸਰਕਾਰ ਪੁਲਿਸ ਦਾ, ਉਹਨੂੰ ਪਤਾ ਹੈ ਕਿ ਪੁਲਿਸ ਤੋਂ ਆਪਾਂ ਕਿੰਨਾ ਬਚ ਸਕਦੇ ਹਾਂ, ਕਿੱਥੇ ਕਿੱਥੇ ਬਚ ਸਕਦੇ ਹਾਂ, ਕਿਵੇਂ ਬਚ ਸਕਦੇ ਹਾਂ। ਉਹ ਹੱਥਕੰਡੇ ਉਹ ਅਪਣਾ ਰਿਹਾ, ਜਿਹੜਿਆਂ ਦੇ ਵਿੱਚ ਉਹਨੇ ਜਿਹੜਾ ਹੁਣ ਤੱਕ ਦੇਖਿਆ ਜੋ ਐਕਸਪੀਰੀਅੰਸ ਉਹਦਾ ਹੈਗਾ, ਉਹ ਉਹਦੇ ਕੰਮ ਆ ਰਿਹਾ ਹੈ। ਲੇਕਿਨ ਕਿੰਨਾ ਕੁ ਭੱਜੇਗਾ, ਕਿੰਨਾ ਕੁ ਭੱਜੇਗਾ ਤੇ ਕਿੱਥੋਂ ਤੱਕ ਭੱਜੇਗਾ, ਨਹੀਂ ਭੱਜ ਸਕਦਾ ਜੀ। ਸਵੈ ਜੀ, ਤੁਸੀਂ ਅਦਾਲਤੀ ਸਿਸਟਮ ਦੇ ਅੰਦਰ ਬਹੁਤ ਤੁਹਾਡਾ ਇੱਕ ਨਾਂ ਹੈ, ਕਦਾਵਾਰ ਤੁਸੀਂ ਜਿਹੜਾ ਐਡਵੋਕੇਟ ਹੈਗੇ ਹੋ। ਮੈਂ ਸਿਰਫ ਦਰਸ਼ਕਾਂ ਦੀ ਜਾਣਕਾਰੀ ਲਈ ਸਵਾਲ ਲੈਣਾ ਚਾਹੁੰਦਾ ਹਾਂ ਕਿ ਕੀ ਡੀਜੀਪੀ ਪੱਧਰ ਦਾ ਬੰਦਾ ਕਦੇ ਤੁਹਾਡੇ ਧਿਆਨ 'ਚ ਹੈਗਾ? ਜੇ ਦੇਸ਼ 'ਚ ਨਹੀਂ ਤਾਂ ਪੰਜਾਬ ਦੀ ਕੋਈ ਪੁਰਾਣੀ ਹਿਸਟਰੀ ਹੈ ਕਿ ਡੀਜੀਪੀ ਪੱਧਰ ਦਾ ਬੰਦਾ ਇਸ ਤਰ੍ਹਾਂ ਕਦੇ ਭਗੌੜਾ ਹੋਇਆ ਹੋਵੇ ਤੇ ਪੁਲਿਸ ਉਹਨੂੰ ਲੱਭ ਲਈ ਰਹੇ ਹੋਵੇ? ਕੋਈ ਤੁਹਾਡੇ ਧਿਆਨ 'ਚ ਹੈ ਇਹੋ ਜਿਹਾ ਕੇਸ ਆਇਆ ਹੋਵੇ ਪਹਿਲਾਂ ਕਦੇ? ਦੇਖੋ, ਡੀਜੀਪੀ ਲੈਵਲ ਤਾਂ ਮੈਂ ਇਸ ਵੇਲੇ ਇਮੀਡੀਏਟਲੀ ਮੇਰੇ ਆਪਦੀ ਮੈਂ ਨਹੀਂ ਦੱਸ ਸਕਦਾ ਕਿ ਕੋਈ ਆਇਆ ਨਹੀਂ, ਮੇਰੇ ਧਿਆਨ 'ਚ ਨਹੀਂ ਹੈਗਾ ਕੋਈ ਆਇਆ ਵੀ ਹੋਵੇ ਤਾਂ। ਲੇਕਿਨ ਇਹ ਇਸ ਵੱਡੇ ਲੈਵਲ ਤੇ ਉਹਦਾ ਜਿਹੜਾ ਕੰਡਕਟ ਹੈਗਾ, ਸੈਣੀ ਦਾ ਕੰਡਕਟ ਜਿਹੜਾ ਹੈਗਾ, ਉਹ ਜ਼ਰੂਰ ਕੰਡੈਮਨੇਬਲ ਹੈ। ਉਹ ਜਿਹੜਾ ਹੈਗਾ ਆਪਾਂ ਨੂੰ ਉਹਦੀ ਜਿਹੜੀ ਹੈਗੀ ਹੈ ਪੂਰੀ ਜਿਹੜੀ ਨਿਖੇਧੀ ਕਰਨੀ ਚਾਹੀਦੀ ਹੈ ਕਿ ਉਹਨੂੰ ਆਪਣੇ ਆਪ ਪੁਲਿਸ ਨੂੰ ਸਰੈਂਡਰ ਕਰਨਾ ਚਾਹੀਦਾ, ਹੁਣ ਤੱਕ ਕਰਨਾ ਚਾਹੀਦਾ ਸੀਗਾ। ਉਸ ਦੇ ਵਾਸਤੇ ਗੱਲ ਇਹ ਸ਼ੋਭਾ ਨਹੀਂ ਦਿੰਦੀ ਹੈਗੀ ਤੇ ਕਾਨੂੰਨ ਨੇ ਰਾਹ ਦਾ ਜਿਹੜਾ ਆਪਣਾ ਰਾਹ ਅਖਤਿਆਰ ਕਰਨਾ ਹੈ। ਲੇਕਿਨ ਇਸ ਗੱਲ ਦੀ ਜਿਹੜੀ ਗੱਲ ਮੈਂ ਕਹਿ ਰਿਹਾ, ਇਸ ਰਵਿੰਦਰ ਸਿੰਘ ਦੀ ਗੱਲ ਨੂੰ ਕੱਟ ਕਰਦੀ ਹੈ ਕਿ ਕਿਉਂ ਭੱਜਿਆ। ਉਹਨੂੰ ਪਤਾ ਹੈ ਅੱਜ ਪੰਜਾਬ ਪੁਲਿਸ ਨੇ ਉਹਦੇ ਨਾਲ ਕੋਈ ਨਰਮੀ ਨਹੀਂ ਵਰਤਣੀ, ਉਹਦੇ ਨਾਲ ਕਿਸੇ ਦੀ ਹੈਲਪ ਨਹੀਂ ਕਰਨੀ, ਇਸੇ ਕਰਕੇ ਉਹ ਲੁਕਿਆ ਫਿਰਦਾ, ਇਸ ਕਰਕੇ ਭੱਜਿਆ ਫਿਰਦਾ। ਜੀ ਜੀ, ਓਕੇ, ਥੈਂਕ ਯੂ ਵੈਰੀ ਮਚ। ਹੁਣ ਲੈਣੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮਾਮਲੇ ਤੇ ਆ ਰਹੇ ਹਾਂ ਵਾਪਸ। ਪੰਜਾਬ ਦੇ ਸਾਬਕਾ ਡੀਜੀਪੀ, ਸ਼ਕਤੀਸ਼ਾਲੀ ਡੀਜੀਪੀ ਜਿਹਨੂੰ ਕਿਹਾ ਜਾਏ, ਸਮੇਤ ਸੈਣੀ, ਜਿਹਦੇ ਨਾਂ ਤੋਂ ਵੀ ਪੰਜਾਬ ਪੁਲਿਸ ਦਾ ਕੀ ਪੰਜਾਬ ਦੇ ਅੰਦਰ ਜਿਹੜੀ ਹੈਗੀ ਹੈ ਕੋਈ ਹਵਾ ਵੀ ਜੇ ਚੱਲਦੀ ਸੀ ਕਿਹਾ ਜਾਂਦਾ ਸੀ ਤਾਂ ਸਮੇਤ ਸੈਣੀ ਦੇ ਹੁਕਮ ਦੇ ਨਾਲ ਪਤਾ ਹਿਲਦਾ ਸੀ, ਤੇ ਅੱਜ ਉਹ ਸਮੇਤ ਸੈਣੀ ਸੜਕਾਂ ਦੇ ਉੱਤੇ ਆਪ ਪਤਾ ਹੋਇਆ ਫਿਰਦਾ ਹੈ। ਇੰਨੇ ਮੁੱਦਿਆਂ ਤੇ ਕਰਾਂਗੇ ਗੱਲ ਆਪਾਂ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਕੰਗ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਸਵੈ ਸਾਹਿਬ ਦੇ ਕਮੈਂਟਸ ਵੀ ਸੁਣੇ ਆ, ਅਮਰਿੰਦਰ ਜੀ ਦੇ ਕਮੈਂਟਸ ਵੀ ਦੇਖੇ, ਆਪਾਂ ਸੁਣੇ ਆ। ਉਹਨਾਂ ਦਾ ਕਹਿਣਾ ਕਿ ਸਮੇਤ ਸੈਣੀ ਵਰਗਾ ਜਿਹੜਾ ਐਡਾ ਵੱਡਾ ਅਧਿਕਾਰੀ ਕੇਂਦਰ ਦੀ ਛਤਰਛਾਇਆ ਤੋਂ ਬਗੈਰ ਪੋਸੀਬਲ ਨਹੀਂ ਹੈਗਾ ਕਿ ਉਹ ਇਸ ਤਰ੍ਹਾਂ ਦੌੜਦਾ ਫਿਰੇ ਜਾਂ ਇਸ ਤਰ੍ਹਾਂ ਉਹਨੂੰ ਸੁਰੱਖਿਆ ਮਿਲੇ। ਕਿਧਰੇ ਨਾ ਕਿਧਰੇ ਉਹ ਇਸ ਗੱਲ ਦਾ ਦਾਅਵੇਦਾਰ ਹੈ ਕਿ ਕੇਂਦਰ ਵੱਲੋਂ ਉਸ ਨੂੰ ਬਹੁਤ ਵੱਡੀ ਛਤਰਛਾਇਆ ਸੁਰੱਖਿਆ ਹੈ, ਜਿਹੜੀ ਉਹਦੀ ਐਡੀ ਵੱਡੀ ਹਿੰਮਤ ਪੈ ਰਹੀ ਹੈ ਪੰਜਾਬ ਪੁਲਿਸ ਤੋਂ ਬਚ ਕੇ ਪਾਸੇ ਇੱਧਰ ਉੱਧਰ ਜਾਣ ਦੀ। ਨਹੀਂ ਸਿੱਧੂ ਸਾਹਿਬ, ਇਹ ਮੈਂ ਪਹਿਲਾਂ ਵੀ ਆਪਣੀ ਸੈਗਮੈਂਟ 'ਚ ਗੱਲ ਕਹੀ ਜੀ ਕੰਗ ਸਾਹਿਬ, ਜਿਹੜਾ ਆਰੋਪੀ ਹੁੰਦਾ ਹੈ ਜਾਂ ਹਾਂ ਆ ਰਹੀ ਆਵਾਜ਼ ਨਾ, ਜਿਹੜਾ ਵੀ ਸਿੱਧੂ ਸਾਹਿਬ ਅਪਰਾਧੀ ਹੈ ਜਾਂ ਮੁਜਰਮ ਹੈ ਜਾਂ ਆਰੋਪੀ ਹੈ ਜਾਂ ਗਿਲਟੀ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ, ਉਹਦੀ ਚਾਰਾਗੋਈ ਹੁੰਦੀ ਹੈ ਵੀ ਉਹ ਬਚੇ। ਜਿਸ ਤਰ੍ਹਾਂ ਕਿ ਮੁਹਾਲੀ ਦੀ ਅਦਾਲਤ ਨੇ ਇਹਨੂੰ ਗਿਲਟੀ ਠਹਿਰਾਤਾ ਔਰ 302 ਦਾ ਮੁਕੱਦਮਾ ਵੀ ਹੋ ਗਿਆ ਔਰ ਇਹਦੇ ਵਾਰੰਟ ਵੀ ਜਾਰੀ ਹੋ ਗਏ, ਹਾਈ ਕੋਰਟ ਚੋਂ ਇਹਦੀ ਜਿਹੜੀ ਜ਼ਮਾਨਤ ਵੀ ਰੱਦ ਹੋ ਗਈ। ਤੇ ਹਰੇਕ ਅਪਰਾਧੀ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਬਚਾਂ, ਕਿੰਨੇ ਦਿਨ ਬਚ ਸਕਦਾ, ਪਰ ਮੈਨੂੰ ਲੱਗਦਾ ਵੀ ਕਾਨੂੰਨ ਜਿਹੜਾ ਹੈ ਉਹ ਉਹਦੇ ਤੋਂ ਕੋਈ ਬਚ ਨਹੀਂ ਸਕਦਾ। ਚਾਹੇ ਇਹਦੇ 'ਚ ਬਹੁਤ ਲੰਬਾ ਟਾਈਮ ਲੱਗਿਆ, ਇਹ ਗੱਲ ਠੀਕ ਹੈ ਅਮਰਿੰਦਰ ਭਾਜੀ ਹੋਣਾ ਦੀ, ਮੈਂ ਵੀ ਮੰਨਦਾ ਹੈ ਵੀ, ਪਰ ਲੇਕਿਨ ਆਖਿਰਕਾਰ ਹਿੰਦੁਸਤਾਨ ਦੀਆਂ ਅਦਾਲਤਾਂ ਨੇ ਵੀ ਉਹਨੂੰ ਗਿਲਟੀ ਠਹਿਰਾਇਆ ਹੈ ਔਰ ਉਹਨੂੰ ਉਹਦੇ ਤੇ ਚਾਰਜ ਫਰੇਮ ਕੀਤੇ ਆ। ਤੇ ਕਿੰਨੇ ਕੁ ਦੇਰ ਹੋਰ ਬਚ ਸਕਦਾ, ਮੈਨੂੰ ਲੱਗਦਾ ਜਿਹੜਾ ਪੁਲਿਸ ਤੰਤਰ ਹੈ, ਹਾਲਾਂਕਿ ਪੰਜਾਬ ਪੁਲਿਸ ਦੀ ਐਫੀਸ਼ੀਐਂਸੀ ਤੇ ਡਿਪੈਂਡ ਕਰਦਾ ਹੈ ਵੀ ਉਹਨੂੰ ਕਿੰਨੀ ਜਲਦੀ ਅਰੈਸਟ ਕਰ ਸਕਦੇ ਆ ਜਾਂ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਡਿਪੈਂਡ ਕਰਦਾ ਹੈ, ਲੇਕਿਨ ਅਲਟੀਮੇਟਲੀ ਕਰਨਾ ਤੇ ਪੁਲਿਸ ਤੰਤਰ ਨੇ ਉਹਨੂੰ ਜਿਹੜਾ ਹੈਗਾ ਅਰੈਸਟ ਕਰਨਾ ਹੈ। ਤੇ ਮੈਨੂੰ ਉਮੀਦ ਹੈ ਵੀ ਪੰਜਾਬ ਦੀ ਜਿਹੜੀ ਮੌਜੂਦਾ ਪੁਲਿਸ ਤੰਤਰ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾਊਗੀ, ਜਿਹੜਾ ਆਰੋਪੀ ਹੈ ਅਪਰਾਧੀ ਹੈ ਉਹਨੂੰ ਜਲਦੀ ਲਿਆ ਕੇ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਖੜਾ ਕਰੂਗੀ। ਜੀ ਕੰਗ ਸਾਹਿਬ, ਇੱਕ ਸਵਾਲ ਜਿਹੜਾ ਹੈਗਾ ਉਹ ਵੀ ਸਿਸਟਮ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿਸੇ ਦੇ ਵਿਅਕਤੀਗਤ ਆਪਾਂ ਗੱਲ ਨਹੀਂ ਕਰ ਰਹੇ।
ਸਮੇਤ ਸੈਣੀ ਜਦੋਂ ਡੀਜੀਪੀ ਇਸ ਅਹੁਦੇ ਤੇ ਆਇਆ, ਆਖਰਕਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਲਗਾਤਾਰ ਕਾਂਗਰਸ ਦੇ ਸਮੇਂ 'ਚ ਕਾਂਗਰਸ ਨੂੰ ਇਹ ਕਹਿੰਦੀ ਰਹੀ ਕਿ ਬਹੁਤ ਵੱਡਾ ਇੱਥੇ ਮਾਨਵਤਾ ਦਾ ਕਾਣ ਹੋਇਆ, ਬੜੇ ਵੱਡੇ ਝੂਠੇ ਪੁਲਿਸ ਮੁਕਾਬਲੇ ਹੋਏ, ਬਹੁਤ ਕੁਝ ਹੋਇਆ। ਕਦੇ ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗੇ ਨੇਤਾ ਨੇ ਵਾਈਟ ਪੇਪਰ ਜਾਰੀ ਕਰੇ, ਹੋਰ ਜਿਹੜਾ ਬਹੁਤ ਕੁਝ ਪੰਜਾਬ ਦੇ ਵਿੱਚ ਉਥਲ-ਪੁਥਲ ਵਾਪਰਿਆ। ਉਸ ਦੌਰ ਦਾ ਬੰਦਾ ਅਧਿਕਾਰੀ ਜਿਹੜਾ ਪਹਿਲਾਂ SSP ਰਿਹਾ, ਉਦੋਂ ਵੀ ਉਸ ਦਾ ਰਿਕਾਰਡ ਸੀ ਕਿਸ ਤਰ੍ਹਾਂ ਉਸਨੇ ਕਾਰਵਾਈਆਂ ਕੀਤੀਆਂ। ਉਸ ਨੂੰ DGP ਲਾਉਣਾ ਵੀ ਇੱਕ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਤੇ ਵੀ ਕੰਗ ਸਾਹਿਬ ਸਵਾਲ ਤਾਂ ਖੜੇ ਕਰਦਾ ਹੀ ਹੈ। ਜੇ ਇਸ ਤਰ੍ਹਾਂ ਦੇ ਵਤੀਰੇ ਵਾਲੇ ਵਿਅਕਤੀ ਨੂੰ DGP ਦੇ ਅਹੁਦੇ ਤੇ ਲਾਵਾਂਗੇ ਤਾਂ ਇੱਕ ਮੁਲਤਾਨੀ ਕੀ ਪੰਜਾਬ 'ਚ ਪਤਾ ਨਹੀਂ ਕਿੰਨੇ ਕੁ ਮੁਲਤਾਨੀ ਅਗਵਾ ਹੋਏ ਹੋਣਗੇ ਤੇ ਪਤਾ ਨਹੀਂ ਕਿੰਨਿਆਂ ਕੁ ਦੇ ਮਾਪੇ ਨਿਆਂ ਲਈ ਅੱਜ ਵੀ ਜਿਹੜਾ ਹੈਗਾ ਤੜਫਦੇ ਤੇ ਤਰਸਦੇ ਸ਼ਾਇਦ ਇਸ ਦੁਨੀਆ ਤੋਂ ਵੀ ਚਲੇ ਗਏ ਹੋਣਗੇ। ਬਹੁਤ ਵੱਡਾ ਸਵਾਲ ਹੈ ਕੰਗ ਸਾਹਿਬ, ਇਹੋ ਜਿਹਾ ਬੰਦਾ ਆਖਰਕਾਰ ਇੱਕ ਸਿਸਟਮ ਦੀ TC ਤੇ ਕਿਵੇਂ ਪਹੁੰਚ ਗਿਆ? ਜੀ ਕੰਗ ਜੀ। ਦੇਖੋ ਸਿੱਧੂ ਸਾਹਿਬ, ਦੇਖੋ ਇਹ ਬਹੁਤ ਵੱਡਾ ਬਲੰਡਰ ਮਿਸਟੇਕ ਸੀਗਾ ਸਾਡੀ ਸਰਕਾਰ ਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਬਿਲਕੁਲ ਠੀਕ। ਕੰਟਰੋਵਰਸ਼ੀਅਲ ਔਰ ਇਹੋ ਜਿਹੇ ਜਿਹੜੇ ਬੰਦੇ ਨੂੰ DGP ਵਰਗੇ ਅਹੁਦੇ ਤੇ ਲਾਉਣਾ ਔਰ ਉਸ ਬਲੰਡਰ ਮਿਸਟੇਕ ਦਾ ਖਮਿਆਜਾ 2017 'ਚ ਸਾਡੀ ਪਾਰਟੀ ਨੇ, ਸਾਡੇ ਅਲਾਈਅੰਸ ਨੇ ਭੁਗਤਿਆ। ਪੰਜਾਬ ਦੇ ਕੰਗ ਸਾਹਿਬ ਮੈਂ ਤੁਹਾਨੂੰ ਵਿੱਚੋਂ ਟੋਕ ਕੇ ਤੁਸੀਂ ਬਹੁਤ ਇਮਾਨਦਾਰੀ ਵਾਲੇ ਕਮੈਂਟਸ ਕਰ ਰਹੇ ਹੋ। ਜੇ ਇਦਾਂ ਦੇ ਪੋਲੀਟੀਕਲ ਕਮੈਂਟਸ ਇਦਾਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੋਣ ਤਾਂ ਮੈਨੂੰ ਲੱਗਦਾ ਕਿ ਸਿਸਟਮ 'ਚ ਸੁਧਾਰ ਹੋ ਸਕਦਾ ਹੈ। ਸਿੱਧੂ ਸਾਹਿਬ, ਮੇਰੀ ਗੱਲ ਰਹਿ ਗਈ ਸੀ ਵਿੱਚ, ਸੋ ਮੇਰਾ ਕਹਿਣ ਤੋਂ ਭਾਵ ਹੈ ਇਹ ਬਹੁਤ ਵੱਡਾ ਬਲੰਡਰ ਸੀ, ਬਲੰਡਰ ਮਿਸਟੇਕ ਸੀ। ਉਹਦਾ ਖਮਿਆਜਾ ਵੀ 2017 'ਚ ਅਸੀਂ ਭੁਗਤਿਆ, ਸਾਡੇ ਅਲਾਈਅੰਸ ਨੇ ਭੁਗਤਿਆ। ਮੈਨੂੰ ਲੱਗਦਾ ਇਸ ਚੀਜ਼ ਤੋਂ ਪਾਰਟੀਆਂ ਵੀ ਸਬਕ ਲੈਂਦੀਆਂ, ਗਲਤੀਆਂ ਤੋਂ ਸਬਕ ਲੈਂਦੀਆਂ। ਆਉਣ ਵਾਲੇ ਟਾਈਮ 'ਚ ਇਹੋ ਜਿਹੇ ਦਾਗਦਾਰ ਬੰਦੇ ਨੂੰ, ਇਹੋ ਜਿਹੇ ਕੰਟਰੋਵਰਸ਼ੀਅਲ ਬੰਦੇ ਨੂੰ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਤਰਜੀਹ ਨਹੀਂ ਦਊਗੀ, ਚਾਹੇ ਉਹ ਸਾਡੀ ਸਰਕਾਰ ਹੋਵੇ ਚਾਹੇ ਕਿਸੇ ਦੀ ਵੀ ਸਰਕਾਰ ਹੋਵੇ। ਜੀ ਕੰਗ ਜੀ, ਐਡੇ ਵੱਡੇ ਬਲੰਡਰ ਮਿਸਟੇਕ ਦੀ ਆਪਾਂ ਜਦੋਂ ਜ਼ਿਕਰ ਕਰ ਰਹੇ ਹਾਂ, ਗੱਲ ਕਰ ਰਹੇ ਹਾਂ, ਕੀ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜਿਸ ਤਰੀਕੇ ਦੇ ਨਾਲ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਜੇ ਇਹੋ ਜਿਹੇ ਪੁਲਿਸ ਅਧਿਕਾਰੀ ਨਾ ਹੁੰਦੇ ਤਾਂ ਪੰਜਾਬ ਵੀ ਤੇ ਅਕਾਲੀ ਦਲ ਵੀ ਸ਼ਾਇਦ ਬਹੁਤ ਵੱਡੇ ਸੰਤਾਪ ਤੋਂ ਬਚ ਸਕਦਾ ਸੀ। ਵੇਖੋ ਜੀ, ਬੜੀ ਇਮਾਨਦਾਰੀ ਨਾਲ ਮੈਂ ਕਹਾਂ ਸਿੱਧੂ ਸਾਹਿਬ, ਜਿੱਥੋਂ ਤੱਕ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਗੱਲ ਹੈ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਜਿਹੜਾ ਮਸਲਾ ਸੀ, ਜਿਹੜਾ ਕਿ ਕਾਂਗਰਸ ਨੇ ਬਹੁਤ ਜ਼ੋਰ ਸ਼ੋਰ ਨਾਲ 2017 ਚ ਚੱਕਿਆ ਵੀ ਸੀ ਔਰ ਇਹ ਮੁੱਦਾ ਵੀ ਬਣਿਆ ਸੀ ਔਰ ਕਾਂਗਰਸ ਨੂੰ ਇਹਦਾ ਫਾਇਦਾ ਵੀ ਹੋਇਆ ਸੀ। ਪਹਿਲੀ ਗੱਲ ਤੇ ਇਹ ਆ ਵੀ ਕਾਂਗਰਸ ਦੀ 3.5 ਪੌਣੇ 4 ਸਾਲ ਤੋਂ ਸਰਕਾਰ ਹੈ, ਕਿਆ ਉਹ ਜਿਹੜੇ ਬੰਦੇ ਉਹਦੇ ਲਈ ਦੋਸ਼ੀ ਹੈ, ABC ਜੋ ਵੀ ਹੈ, ਚਾਹੇ ਉਹ ਅਫਸਰ ਹੈ, ਚਾਹੇ ਪੋਲੀਟੀਸ਼ੀਅਨ ਹੈ, ਚਾਹੇ ਆਮ ਲੋਕ ਹੈ, ਉਹਨਾਂ ਨੂੰ ਫਾਹੇ ਕਿਉਂ ਨਹੀਂ ਲਾਇਆ ਗਿਆ, ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ? ਇਹਦਾ ਜਵਾਬ ਤੇ ਜਿਹੜੇ ਆਪਣੇ ਸਵੈਚ ਸਾਹਿਬ ਦੇ ਦੇਣ। ਦੂਸਰੀ ਜਿਹੜੀ ਗੱਲ ਹੈ, ਸਾਡੀਆਂ ਧਾਰਮਿਕ ਸੰਸਥਾਵਾਂ ਨੂੰ, ਮੈਂ ਇੱਕ ਪੋਲੀਟੀਕਲ ਐਕਟਿਵਿਸਟ ਦੇ ਨਾਲ ਇੱਕ ਸਿੱਖ ਵੀ ਹਾਂ, ਸਾਡੇ ਧਾਰਮਿਕ ਸੰਸਥਾਵਾਂ ਨੂੰ ਵੀ ਸੈਲਫ ਪੜਚੋਲ ਕਰਨ ਦੀ ਲੋੜ ਹੈ। ਉਹਨਾਂ ਨੂੰ ਵੀ ਆਪਣਾ ਇੱਕ ਦਾਇਰਾ ਔਰ ਇੱਕ ਲਿਮਿਟੇਸ਼ਨ, ਇੱਕ ਆਪਣਾ ਜਿਹੜਾ ਕਹਿੰਦੇ ਪ੍ਰੋਟੋਕੋਲ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ, ਉਹਨੂੰ ਪੜਚੋਲ ਕਰਨ ਦੀ ਲੋੜ ਹੈ ਔਰ ਉਹ ਸੰਸਥਾਵਾਂ ਦੀ ਜਿਹੜੀ ਸੈਲਫ ਆਇਡੈਂਟੀਟੀ ਹੈ ਉਹ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਕਿ ਉਹਦੇ 'ਚ ਘੱਟ ਤੋਂ ਘੱਟ ਪੋਲੀਟੀਕਲ ਇੰਟਰਫੇਰੈਂਸ ਹੋਵੇ। ਲੋਕਾਂ ਦੀਆਂ ਧਾਰਮਿਕ ਆਸਥਾਵਾਂ, ਧਾਰਮਿਕ ਜਿਹੜੇ ਉਹਨਾਂ ਦੇ ਮੁੱਦੇ ਆ, ਉਹਨਾਂ ਤੇ ਮੈਰਿਟ ਦੇ ਆਧਾਰ ਤੇ ਜਿਹੜਾ ਹੈਗਾ ਆ ਉਹਦੇ ਤੇ ਵਿਚਾਰ ਹੋਵੇ ਔਰ ਫੈਸਲੇ ਹੋਣ। ਓਕੇ ਅਮਰਿੰਦਰ ਜੀ, ਕੰਗ ਸਾਹਿਬ ਨੇ ਬੜੀ ਸਾਫ਼ ਗੋਈ ਦੇ ਨਾਲ ਇਹ ਗੱਲ ਕਹੀ ਹੈ ਕਿ ਸਮੇਤ ਸੈਣੀ ਵਰਗੇ ਅਫਸਰ ਜਦੋਂ DGP ਦੇ ਕੁਰਸੀ ਤੇ ਉਸ ਟੰਬੇ ਤੇ ਪਹੁੰਚ ਜਾਂਦੇ ਆ ਤਾਂ ਬਹੁਤ ਵੱਡਾ ਬਲੰਡਰ ਮਿਸਟੇਕ, ਬਹੁਤ ਵੱਡਾ ਗੁਨਾਹ, ਇੱਕ ਗਲਤੀ ਜਿਹਦੀ ਸਜ਼ਾ ਕੋਈ ਕੇਵਲ ਇੱਕ ਧਿਰ ਨਹੀਂ ਭੁਗਤਦੀ, ਸਗੋਂ ਪੂਰੀ ਕੌਮ ਭੁਗਤਦੀ ਹੈ। ਪਰ ਇਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਅਮਰਿੰਦਰ ਜੀ, ਕਹੋਗੇ ਕੁਝ ਇਸ ਮੁੱਦੇ ਤੇ? ਦੇਖੋ ਸਿੱਧੂ ਸਾਹਿਬ, ਪਹਿਲਾਂ ਤਾਂ ਕੰਗ ਸਾਹਿਬ ਨੂੰ ਵਧਾਈ ਮੈਂ ਦਾਂਗਾ ਇਸ ਗੱਲ ਤੇ ਕਿ ਉਹਨਾਂ ਨੇ ਘੱਟੋ ਘੱਟ ਇੰਨੀ ਹਿੰਮਤ ਜੁਟਾਈ ਕਿ ਉਹਨਾਂ ਨੇ ਸੱਚ ਕਬੂਲ ਕੀਤਾ ਕਿ ਵੀ ਇਹ ਸਾਡੀ ਸਰਕਾਰ ਦੀ ਬਹੁਤ ਵੱਡੀ ਬਲੰਡਰ ਮਿਸਟੇਕ ਸੀਗੀ। ਤੇ ਗੱਲ ਹੁਣ ਇੱਥੋਂ ਅੱਗੇ ਸ਼ੁਰੂ ਹੁੰਦੀ ਹੈ ਕਿ ਵੀ ਬਲੰਡਰ ਮਿਸਟੇਕ ਇਹਨਾਂ ਨੇ ਇੱਕ ਨਹੀਂ ਕੀਤੀ, ਇਹਨਾਂ ਨੇ ਕਈ ਕੁਝ ਕੀਤਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਗੋਲੀ ਚੱਲੀ ਬਰਗਾੜੀ ਬਾਈਬਲ ਕਲਾਂ ਦੇ ਵਿੱਚ, ਜਿੱਥੇ ਸਿੱਖ ਸ਼ਹੀਦ ਹੋਏ, ਉੱਥੇ ਵੀ ਐਸੇ ਹੀ ਦਾਗਦਾਰ ਅਫਸਰਾਂ ਦਾ ਜਿਹੜਾ ਰੋਲ ਉਹ ਸਾਹਮਣੇ ਆ ਰਿਹਾ ਹੈ। ਤੇ ਉਹਦੇ ਲਈ ਕਾਂਗਰਸ ਸਰਕਾਰ ਜਿਹੜੀ ਆ ਅੱਜ ਤੱਕ ਕੁਝ ਨਹੀਂ ਕਰ ਪਾਈ। ਇਹਦੇ ਵਿੱਚ ਇਹਨਾਂ ਦੀ ਜਿਹੜੀ ਕੰਗ ਸਾਹਿਬ ਦਾ ਜਿਹੜਾ ਦੋਸ਼ ਹੈ ਬਿਲਕੁਲ ਸਹੀ ਹੈ। ਇਹਨਾਂ ਨੇ ਤਾਂ ਜੋ ਕੀਤਾ ਹੈ ਤਾਂ ਮੰਨ ਗਏ ਕਿ ਵੀ ਸਾਡੇ ਕੋਲੋਂ ਗਲਤੀ ਹੋ ਗਈ,
ਗੱਲ ਇਹ ਹੈ ਕਿ ਵੀ ਜਿਹੜੇ ਲੋਕਾਂ ਨੇ ਬਾਹਾਂ ਚੱਕ ਕੇ ਵਿਧਾਨ ਸਭਾ ਦੇ ਵਿੱਚ ਸਹੁੰਆਂ ਖਾਧੀਆਂ ਕਿ ਅਸੀਂ ਨਿਆਂ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਵਾਂਗੇ, ਉਹ ਅੱਜ ਤੱਕ ਮਤਲਬ ਉਹ ਕਿੱਥੇ ਰਹਿ ਗਿਆ ਨਿਆਂ? ਉਹ ਸਮਝ ਹੀ ਨਹੀਂ ਆਉਂਦੀ ਵੀ ਉਹ ਨਿਆਂ ਰਹਿ ਕਿੱਥੇ ਗਿਆ। ਤੇ ਦੂਜੀ ਗੱਲ ਮੈਂ ਇਹ ਕਰਾਂਗਾ ਕਿ ਬਈ ਇਹ ਖਾਲੀ ਇਹ ਹੁਣ ਤੋਂ ਸਿਸਟਮ ਸ਼ੁਰੂ ਨਹੀਂ ਹੋਇਆ। ਇਹ ਗੱਲ ਜਦੋਂ ਸੈਣੀ ਦੇ ਤੁਸੀਂ ਬੰਬ ਬਲਾਸਟ ਦੀ ਗੱਲ ਕੀਤੀ ਹੈ, ਮੈਂ ਉੱਥੇ ਇੱਕ ਐਡ ਕਰਨਾ ਚਾਹਾਂਗਾ ਕਿ ਸ਼ਾਇਦ ਉਹ ਪਹਿਲਾ ਐਸਾ ਇਨਸੀਡੈਂਟ ਹੋਏਗਾ ਕਿ ਜਿਹੜਾ ਮਤਲਬ ਵਿਕਟਮ ਹੈ ਉਹ ਖੁਦ ਹੀ ਤਫਤੀਸ਼ ਕਰ ਰਿਹਾ ਕਿ ਮੇਰੇ ਤੇ ਬੰਬ ਬਲਾਸਟ ਕਿਹਨੇ ਕੀਤਾ। ਉਹ ਆਪਣੀ ਪਾਵਰ ਦਾ ਇਸਤੇਮਾਲ ਕਰ ਰਿਹਾ। ਉਹ ਤਫਤੀਸ਼ ਜਿਹੜੀ ਹੈ ਕੋਈ ਹੋਰ ਨੂੰ ਨਹੀਂ ਦਿੱਤੀ ਗਈ, ਉਸੇ ਨੂੰ ਦਿੱਤੀ ਗਈ ਵੀ ਤੂੰ ਆਪਣੇ ਆਪੇ ਹੀ ਲੱਭ ਲੈ ਕਾਤਲ। ਤੇ ਉਸ ਰੋਹ ਦੇ ਵਿੱਚ ਉਹਨੇ ਜਿਹੜਾ ਤਸ਼ੱਦਦ, ਅੰਨਾ ਤਸ਼ੱਦਦ ਜਨਤਾ ਤੇ ਕੀਤਾ, ਭਾਵੇਂ ਉਹ ਦੋਸ਼ੀ ਸੀਗੇ ਜਾਂ ਨਹੀਂ ਸੀਗੇ, ਉਹਦੇ ਮੁਖਬਰਾਂ ਨੇ ਉਹਨੂੰ ਗਲਤ ਮੁਖਬਰੀ ਦਿੱਤੀ ਜਾਂ ਜੋ ਵੀ ਸੀਗਾ, ਉਹਨੇ ਮਤਲਬ ਬੇਇੰਤਹਾ ਲੋਕੀ ਮਾਰੇ ਤੇ ਉਜਾੜੇ, ਲੋਕਾਂ ਦੇ ਘਰ ਉਜਾੜੇ। ਉਹ ਸਾਰਾ ਕੁਝ ਸਿਸਟਮ ਨੇ ਦੇਖਿਆ। ਸਿਸਟਮ ਅੱਖਾਂ ਮੀਟ ਕੇ ਬੈਠਾ ਦੇਖਦਾ ਰਿਹਾ ਕਿ ਹਿੰਦੂ ਰਾਸ਼ਟਰ ਦੀ ਲੜਾਈ ਲੜ ਰਿਹਾ ਤੇ ਇਹਨੂੰ ਖੁੱਲੀ ਛੋਟ ਦੇ ਦਿਓ। ਤੇ ਉਹ ਅੱਜ ਤੱਕ ਉਹਨੂੰ ਮਿਲੀ ਹੋਈ ਹੈ। ਤੇ ਮੈਂ ਤਾਂ ਇਹ ਸਲੈਸ਼ ਸਾਹਿਬ ਦੀ ਗੱਲ ਤੇ ਬਿਲਕੁਲ ਮੈਂ ਇਹਨਾਂ ਨਾਲ ਇਤਫਾਕ ਨਹੀਂ ਰੱਖਦਾ ਕਿ ਪੰਜਾਬ ਪੁਲਿਸ ਉਹਨਾਂ ਨੂੰ ਫੜ ਰਹੀ ਹੈ। ਪੰਜਾਬ ਪੁਲਿਸ ਨੇ ਅੱਜ ਤੱਕ ਅਦਾਲਤ ਦੇ ਵਿੱਚ ਉਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਦੀ ਦਰਖਾਸਤ ਨਹੀਂ ਲਾਈ। ਹੋਰ ਤਾਂ ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਅੱਜ ਤੱਕ ਅਦਾਲਤ ਨੂੰ ਜਾ ਕੇ ਦਿਨਕਰ ਗੁਪਤਾ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਹ ਬੰਦਾ ਲੋੜੀਂਦਾ, ਇਹ ਬੰਦਾ ਭਗੌੜਾ ਹੈ, ਇਹ ਆਪਣੀ ਜ਼ੈਡ ਸਿਕਿਉਰਿਟੀ ਤੋਂ ਭੱਜ ਗਿਆ, ਇਹਦੇ ਵਾਰੰਟ ਜਾਰੀ ਕੀਤੇ ਜਾਣ। ਇੱਥੋਂ ਤੱਕ ਵੀ ਜਦੋਂ ਦਿਨਕਰ ਗੁਪਤਾ ਨਹੀਂ ਕਰ ਰਿਹਾ ਤੇ ਅਸੀਂ ਉਹਨੂੰ ਕਿਵੇਂ ਕਹੀ ਜਾਈਏ ਵੀ ਦਿਨਕਰ ਗੁਪਤਾ ਬੜੀ ਆਪਣੀ ਵਰਦੀ ਨੂੰ ਸਲੂਟ ਮਾਰ ਰਿਹਾ, ਉਹ ਸਤਿਅਮੇਵ ਜੈਤੇ ਕਹਿ ਰਿਹਾ? ਇਹ ਨਹੀਂ ਕਿਹਾ ਜਾ ਸਕਦਾ। ਉਹ ਬਿਲਕੁਲ ਕਾਤਲ ਦੇ ਨਾਲ ਰਲਿਆ ਹੋਇਆ ਦਿਖ ਰਿਹਾ ਹੈ ਤੇ ਕਾਤਲ ਨੂੰ ਉਹ ਬਚਾ ਰਿਹਾ ਹੈ। ਉਹ ਅੱਜ ਦੀ ਤਰੀਕ ਦੇ ਵਿੱਚ ਵੀ ਮੁਲਤਾਨੀ ਨੂੰ ਨਿਆਂ ਦਿਵਾਉਣ ਦੇ ਲਈ ਹੱਕ 'ਚ ਨਹੀਂ ਆ। ਉਹਦੀ ਇੱਕ ਸਟੇਟਮੈਂਟ ਨਹੀਂ ਆਈ ਕਿ ਮੈਂ ਮੁਲਤਾਨੀ ਨੂੰ ਨਿਆਂ ਦਿਵਾਵਾਂਗਾ। ਇੰਨਾ ਕੁਝ ਸਾਰਾ ਕੁਝ ਮੀਡੀਆ 'ਚ ਆ ਗਿਆ, ਅਖਬਾਰਾਂ 'ਚ ਆ ਗਿਆ, ਲੇਕਿਨ ਅੱਜ ਤੱਕ ਜਿਹੜਾ ਮੈਂ ਵੀ ਹਰਜੀਤ ਦੇ ਬੈਨਰ ਲਵਾਉਂਦਾ ਸੀ, ਫੀਤੀਆਂ ਲਾਉਂਦਾ ਸੀ, ਮੈਂ ਵੀ ਹਰਜੀਤ, ਉਹ ਹਰਜੀਤ ਬੋਲ ਹੀ ਨਹੀਂ ਰਿਹਾ। ਉਹ ਕਹਿ ਹੀ ਨਹੀਂ ਰਿਹਾ ਕਿ ਬਈ ਮੈਂ ਨਿਆਂ ਦਿਵਾਵਾਂਗਾ ਮੁਲਤਾਨੀ ਨੂੰ। ਉਹ ਸਟੇਟਮੈਂਟ ਤਾਂ ਜਾਰੀ ਕਰੇ, ਬਾਕੀ ਗੱਲਾਂ ਬਾਅਦ ਦੀਆਂ। ਉਹ ਲੇਕਿਨ ਉਹਦੇ ਮੂੰਹੋਂ ਨਹੀਂ ਨਿਕਲ ਰਹੀ ਇਹ ਗੱਲ ਇਹ, ਕਿਉਂਕਿ ਉਹ ਢਿੱਡੋਂ ਨਾਲ ਰਲਿਆ ਕਾਤਲ ਦੇ। ਉਹ ਕਾਤਲ ਨੂੰ ਸਲੂਟ ਮਾਰਦਾ ਰਿਹਾ ਸਾਰੀ ਉਮਰ, ਉਹਨੇ ਉਹਨੂੰ ਸਲੂਟ ਮਾਰਿਆ ਉਸ ਕਾਤਲ ਨੂੰ। ਉਹ ਕਿਵੇਂ ਕਹਿ ਦੇ ਕਿ ਮੈਂ ਇਹਨੂੰ ਕਟਗਰੇ 'ਚ ਕਰਾਂਗਾ? ਉਹ ਤਾਂ ਕਾਤਲ ਦੇ ਨਾਲ ਹੈ। ਤੇ ਸਲੈਸ਼ ਸਾਹਿਬ ਇੱਥੇ ਬੈਠ ਕੇ ਬੋਲੀ ਜਾਣ ਕੇ ਬਈ ਇਹ ਸਾਡੀ ਪੁਲਿਸ ਹੈ, ਸਾਡਾ ਦਿਨਕਰ ਗੁਪਤਾ ਹੈ। ਸਾਨੂੰ ਨਹੀਂ ਦਿਖ ਰਿਹਾ ਕਿ ਜੇ ਦਿਨਕਰ ਗੁਪਤਾ ਨਿਆਂ ਕਰ ਰਿਹਾ, ਸਾਨੂੰ ਤਾਂ ਦਿਨਕਰ ਗੁਪਤਾ ਕਾਤਲ ਦੇ ਨਾਲ ਖੜਾ ਦਿਖ ਰਿਹਾ ਹੈ। ਇੰਨੇ ਦਿਨ ਲੰਘ ਗਏ ਆ, ਇੱਕੋ ਵਾਰੰਟ ਦੀ ਦਰਖਾਸਤ ਨਹੀਂ ਅਦਾਲਤ ਦੇ ਵਿੱਚ ਲਾ ਸਕਿਆ। ਸੋ ਇਹ ਸਾਡੇ ਹਾਲਾਤ ਨੇ, ਇੱਥੋਂ ਅਸੀਂ ਨਿਕਲ ਰਹੇ ਹਾਂ। ਆਪਾਂ ਆਪਾਂ ਜਵਾਬ ਲੈਣੇ ਸਵੈਜ ਸਾਹਿਬ ਤੋਂ। ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਸਵੈਜ ਜੀ, ਅਮਰਿੰਦਰ ਜੀ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ ਕਿ ਜਿਹੜੇ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਉਹ ਬਚਾਅ ਪੱਖ ਦੇ ਨਾਲ ਸਮੇਤ ਸੈਣੀ ਦੇ ਨਾਲ ਖੜੇ ਹੈ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ। ਉਹਨਾਂ ਦਾ ਕਹਿਣਾ ਹੈ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਦੀ ਗ੍ਰਿਫਤਾਰੀ ਹੋਏਗੀ। ਕੰਗ ਸਾਹਿਬ ਨੇ ਵੀ ਕਿਹਾ ਹੈ ਕਿ ਜੇ ਦੋਸ਼ੀ ਸੀਗੇ ਜਿਹੜੇ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਦੂਜੇ ਮਾਮਲਿਆਂ ਦੀ ਗੱਲ ਕਰ ਲਈਏ ਤਾਂ ਆਪਣੇ 4 ਸਾਲ ਮੁਕੰਮਲ ਹੋਣ ਲੱਗਿਆ ਸਰਕਾਰ ਨੂੰ, ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਸਾਰਾ ਕੁਝ ਕੀ ਹੋ ਰਿਹਾ? ਫਿਰ ਲੋਕ ਕਹਿਣਗੇ ਕਿ ਸਾਰੀ ਸਿਆਸਤ ਹੈ। ਦੇਖੋ, ਸਰਦਾਰ ਅਮਰਿੰਦਰ ਸਿੰਘ ਦੀ ਗੱਲ ਦੇ ਵਿੱਚ ਦਮ ਇਸ ਕਰਕੇ ਨਹੀਂ ਹੈਗਾ। ਉਹਨਾਂ ਨੇ ਆਧਾਰ ਜਿਹੜਾ ਇਹ ਇਲਜ਼ਾਮ ਲਾਉਣ ਦਾ ਕਿ ਦਿਨਕਰ ਗੁਪਤਾ ਜਾਂ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਉਹ ਸੈਣੀ ਨੂੰ ਫੜਨ ਦੇ ਵਿੱਚ ਜਿਹੜੀ ਹੈਗੀ ਹੈ ਨਹੀਂ ਫੜ ਰਹੀ, ਜਾਣਬੁੱਝ ਕੇ ਨਹੀਂ ਫੜ ਰਹੀ, ਜਾਂ ਉਹਦੀ ਮਦਦ ਕਰ ਰਹੀ ਹੈ। ਇਸ ਗੱਲ ਦਾ ਆਧਾਰ ਜੋ ਬਣਾਇਆ ਉਹਨਾਂ ਨੇ, ਇਹ ਬਣਾਇਆ ਕਿ ਹੁਣ ਤੱਕ ਉਹਨਾਂ ਦੇ ਫੜਨ ਦੇ ਵਾਰੰਟ ਵੀ ਕੋਰਟ ਕੋਲੋਂ ਨਹੀਂ ਲਏ ਗਏ। ਸ਼ਾਇਦ ਸਰਦਾਰ ਅਮਰਿੰਦਰ ਸਿੰਘ ਦੇ ਕਾਨੂੰਨ ਦੀ ਗੱਲ ਹੈਗੀ ਹੈ ਇਹ, ਇਸ ਗੱਲੋਂ ਨਹੀਂ ਇਹਨਾਂ ਨੂੰ ਪਤਾ ਹੋਣਾ। ਚਲੋ ਕੋਈ ਨਹੀਂ, ਇਹ ਕਾਮਨ ਮੈਨ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਇਹ ਮੁਕੱਦਮਾ ਕਤਲ ਦਾ ਹੈ ਜੀ। ਕਤਲ ਦੇ ਕੇਸ ਦੇ ਵਿੱਚ ਕਿਸੇ ਵੀ ਅਦਾਲਤ ਤੋਂ ਕੋਈ ਫੜਨ ਦੇ ਵਾਰੰਟਾਂ ਦੀ ਲੋੜ ਨਹੀਂ ਹੁੰਦੀ। ਉਹ ਸਿੱਧੇ ਫੜ ਸਕਦੇ ਹੈ ਤੇ ਫੜਨ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਹੈ ਤੇ ਫੜ ਵੀ ਲੈਣਗੇ। ਅਜੇ ਤਾਂ ਦੇਖੋ, ਜਵਾਨ ਤੋਂ ਦੀ ਅੱਜ ਖਾਰਜ ਹੋਈ ਹੈ। ਮੋਹਾਲੀ ਤੋਂ ਪਹਿਲਾਂ ਸਟੇ ਸੀਗੀ, ਅੱਜ ਤੱਕ 1 ਤਰੀਕ ਤੱਕ ਸਟੇ ਸੀਗੀ। ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਹੋਈ 1 ਤੱਕ ਐਕਸਟੈਂਡ ਹੋ ਗਈ ਸੀ ਤੇ ਜਿਹੜਾ ਕੇਸ ਹਾਈ ਕੋਰਟ ਚੱਲਦਾ ਸੀਗਾ ਤੇ ਮੇਨ ਟਾਈਮ ਫੜ ਸਕਦੇ ਸੀਗੇ। ਲੇਕਿਨ 1 2 3 4 ਦਿਨ ਕੋਈ ਇਹ ਵੱਡੀ ਗੱਲ ਨਹੀਂ ਹੁੰਦੀ ਕਿ ਇੰਨਾ ਦਿਨ ਬੰਦਾ ਆਸੇ ਪਾਸੇ ਹੋ ਜਾਂਦਾ ਹੈ। ਹੋਰ ਮੁਲਜ਼ਮ ਵੀ ਹੋ ਜਾਂਦੇ ਨੇ, ਇਹ ਵੀ ਹੋ ਸਕਦਾ ਹੈਗਾ ਤੇ ਬਿਲਕੁਲ ਫੜਿਆ ਜਾਏਗਾ। ਲੇਕਿਨ ਇਹ ਕਹਿਣਾ, ਇਲਜ਼ਾਮ ਲਗਾਉਣਾ ਕਿ ਜਾਣਬੁੱਝ ਕੇ ਨਹੀਂ ਫੜਿਆ ਜਾ ਰਿਹਾ ਜਾਂ ਵਰਾਟੀ, ਇਹ ਇਸ ਗੱਲ ਨਾਲ ਕੋਈ ਇਹਦੇ 'ਚ ਦਮ ਨਹੀਂ ਹੈਗਾ। ਅਮਰਿੰਦਰ ਸਿੰਘ ਜੀ, ਤੁਸੀਂ ਤੁਹਾਡੇ ਆਪਣੇ ਵਿਚਾਰ ਨੇ, ਚਲੋ ਤੁਸੀਂ ਰੱਖ ਸਕਦੇ ਹੋ, ਲੇਕਿਨ ਕਾਨੂੰਨੀ ਤੌਰ ਤੇ ਵੀ ਤੇ ਫੈਕਚੁਅਲੀ ਵੀ ਇਹ ਗੱਲ ਨਹੀਂ ਹੈਗੀ। ਅੱਜ ਜੇ ਅਗਰ ਉਸ ਸੈਣੀ ਨੂੰ ਕਿਸੇ ਦਾ ਡਰ ਹੈ, ਸਭ ਤੋਂ ਵੱਧ ਡਰ ਉਹਨੂੰ ਪੰਜਾਬ ਪੁਲਿਸ ਦਾ ਹੈਗਾ, ਜੋ ਹੱਥ ਧੋ ਕੇ ਉਹਦੇ ਮਗਰ ਪਈ ਹੋਈ ਹੈਗੀ ਹੈ। ਤੇ ਕਾਨੂੰਨੀ ਚਾਰਾ ਜੋ ਦੇਖੋ ਹਰ ਬੰਦਾ ਕਰ ਸਕਦਾ ਹੈ, ਅਜੇ ਸੁਪਰੀਮ ਕੋਰਟ ਵੀ ਜਾ ਸਕਦਾ ਹੈ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਤੋਂ ਉਹਨੂੰ ਕੋਈ ਰਾਹਤ ਮਿਲੇਗੀ, ਕੋਈ ਰਿਲੀਫ ਮਿਲੇਗੀ, ਕਿਉਂਕਿ ਇਲਜ਼ਾਮ ਐਡਾ ਵੱਡਾ ਨੇ, ਸਬੂਤ ਇੰਨੇ ਜ਼ਿਆਦਾ ਨੇ ਉਹਦੇ ਖਿਲਾਫ। ਡਾਇਰੈਕਟ ਆਈ ਵਿਟਨੈਸ ਜਿਹੜੇ ਕਹਿ ਰਹੇ ਨੇ ਕਿ ਇੱਦਾਂ ਟੌਰਚਰ ਕੀਤਾ ਗਿਆ ਮੁਲਤਾਨੀ ਸਾਹਿਬ ਨੂੰ ਤੇ ਇੱਦਾਂ ਉਹਦਾ ਕਤਲ ਕੀਤਾ ਗਿਆ। ਸੋ ਸਾਰੀਆਂ ਗੱਲਾਂ ਦੇਖ ਕੇ ਕੋਰਟ ਸਾਰੀਆਂ ਗੱਲਾਂ ਦੇਖਦੀ ਹੈਗੀ ਹੈ।
ਇਸੇ ਗੱਲਾਂ ਦੇਖ ਕੇ ਹੀ ਮਾਨਯੋਗ ਹਾਈ ਕੋਰਟ ਨੇ ਉਹਦੀ ਬੇਲ ਖਾਰਜ ਕੀਤੀ ਹੈ। ਤੇ ਦੂਜੀ ਜਿਹੜੀ ਗੱਲ ਹੈਗੀ ਹੈ ਉਹ ਅਸੀਂ ਡਟ ਕੇ ਅਪੋਜ਼ ਕੀਤੀ ਹੈਗੀ ਹੈ ਕਿ ਇਹਦਾ ਜਿਹੜੀ ਤਫਤੀਸ਼ ਹੈਗੀ ਹੈ ਇਹ ਬਾਹਰ ਜਾਣ ਦੀ ਲੋੜ ਨਹੀਂ ਹੈ। ਇਹ ਵੀ ਸਾਡੀਆਂ ਪੰਜਾਬ ਪੁਲਿਸ ਦੀਆਂ ਪੰਜਾਬ ਸਰਕਾਰ ਦੀ ਜਿਹੜੀ ਬਹਿਸ ਸੁਣ ਕੇ ਹੀ ਮਾਨਯੋਗ ਹਾਈ ਕੋਰਟ ਨੇ ਉਹਦੀ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਹੈ ਤੇ ਸਾਡੀ ਬਹਿਸ ਸੁਣ ਕੇ ਹੀ ਉਹਨੇ ਮਾਨਯੋਗ ਹਾਈ ਕੋਰਟ ਨੇ ਜਿਹੜੀ ਟ੍ਰਾਂਸਫਰ ਇਨਵੈਸਟੀਗੇਸ਼ਨ ਦੀ ਜਿਹੜੀ ਅਰਜ਼ੀ ਹੈ ਉਹ ਖਾਰਜ ਰੱਦ ਕੀਤੀ ਹੈ। ਜੀ ਜੀ ਬਿਲਕੁਲ ਠੀਕ, ਬਿਲਕੁਲ ਠੀਕ। ਇਲਜ਼ਾਮ ਇਦਾਂ ਦੇ ਨਹੀਂ ਲਾ ਸਕਦੇ ਜੀ। ਪਰ ਕੰਗ ਸਾਹਿਬ ਦੇ ਸਵਾਲ ਦਾ ਜਵਾਬ ਵੀ ਮੈਂ ਛੋਟਾ ਜਿਹਾ ਜ਼ਰੂਰ ਲੈਣਾ ਚਾਹਾਂਗਾ। ਉਹਨਾਂ ਦਾ ਕਹਿਣਾ ਕਿ ਜਦੋਂ ਆਪਾਂ ਇਹ ਗੱਲਾਂ ਕਹਿ ਰਹੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ, ਦੂਜੇ ਮਾਮਲਿਆਂ ਜਿਹੜੀਆਂ ਐਡੀਆਂ ਵੱਡੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ, DGP ਦਾ ਨਾਂ ਉੱਥੇ ਵੀ ਜਾ ਕੇ ਜੁੜਦਾ ਰਿਹਾ ਘੜੀਆਂ ਦੇ ਨਾਲ ਜਿਹੜਾ ਹੈਗਾ। ਤਾਂ ਕੰਗ ਸਾਹਿਬ ਦਾ ਕਹਿਣਾ ਕਿ 3.5 ਸਾਲ 4 ਸਾਲ ਲੰਘ ਗਏ, ਕੈਪਟਨ ਅਮਰਿੰਦਰ ਦੀ ਸਰਕਾਰ ਨੇ ਉਸ ਸਮੇਂ 'ਚ ਕੀਤਾ ਹੀ ਕੁਝ ਨਹੀਂ ਹੈ। ਇਸ ਕਰਕੇ ਸਵਾਲ ਉੱਠ ਖੜਦੇ ਹੈ ਵੀ ਕੀ ਇਲੈਕਸ਼ਨਾਂ ਦੇ ਨੇੜੇ ਆ ਕੇ ਕੋਈ ਸਿਆਸਤ ਤਾਂ ਨਹੀਂ ਹੋ ਰਹੀ? ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਕਿ ਕੰਗ ਸਾਹਿਬ ਵਰਗੇ ਯੂਥ ਤੇ ਨੌਜਵਾਨ ਲੀਡਰ ਜਿਹੜੇ ਹੈਗੇ ਆ ਉਹ ਬੜੀ ਨਿਡਰਤਾ ਨਾਲ ਬੇਧੜਕ ਹੋ ਕੇ ਇਹ ਗੱਲ ਕਹਿ ਰਹੇ ਨੇ ਕਿ ਸੈਣੀ ਨੂੰ DGP ਬਣਾਉਣਾ ਇਹਨਾਂ ਦੀ ਸਰਕਾਰ ਦਾ ਬਹੁਤ ਵੱਡਾ ਇੱਕ ਜਿਹੜਾ ਬਲੰਡਰ ਸੀਗਾ, ਗਲਤ ਫੈਸਲਾ ਸੀਗਾ। ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ। ਪੰਜਾਬ ਨੂੰ ਇਦਾਂ ਦੇ ਨੇਤਾਵਾਂ ਦੀ, ਖਾਸ ਕਰ ਯੂਥ ਨੌਜਵਾਨ ਦੇ ਇਦਾਂ ਨੇਤਾਵਾਂ ਦੀ ਲੋੜ ਆ ਤੇ ਕੰਗ ਸਾਹਿਬ ਦੀ ਤੇ ਮੈਨੂੰ ਇਹ ਵੀ ਆਸ ਹੈਗੀ ਹੈ ਕਿ ਇਦਾਂ ਹੀ ਨਿਡਰਤਾ ਨਾਲ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ ਤੇ ਇਹ ਤਾਂ ਗੱਲ ਇਹਨਾਂ ਬਾਰੇ ਹੈਗੀ ਹੈ। ਲੇਕਿਨ ਜੋ ਅਸੀਂ ਵਾਅਦਾ ਕੀਤਾ ਸੀ, ਸਾਡੀ ਜ਼ਿੰਮੇਵਾਰੀ ਬਣਦੀ ਸੀ, ਅਸੀਂ ਲੋਕਾਂ ਸਾਹਮਣੇ ਆਪਣਾ ਕਹਿ ਕੇ ਸਰਕਾਰ ਬਣਾਈ ਹੈ ਕਿ ਅਸੀਂ ਬਹਿਬਲ ਕਲਾਕਾਂਡ ਦੇ ਦੋਸ਼ੀਆਂ ਨੂੰ ਟੰਗਾਂਗੇ, ਜਿਹਦੇ ਵਿੱਚ ਜਿਹੜਾ ਇਹ ਸੈਣੀ ਹੈ ਇਹ ਵੀ ਇੱਕ ਬਹੁਤ ਵੱਡਾ ਉਹਦੇ ਵਿੱਚ ਮੁਲਜ਼ਮ, ਖੁਦ ਮੁਲਜ਼ਮ ਹੈਗਾ, ਬਿਨਾਂ ਇਹਦੇ ਆਰਡਰ ਤੋਂ ਤੇ ਬਿਨਾਂ ਇਹ ਜਿਹੜੇ ਪੋਲੀਟੀਕਲ ਆਕਾ ਸੀਗੇ ਜਿਵੇਂ ਉਹਨਾਂ ਦੀ ਸਰਕਾਰ ਸੀਗੀ ਬਾਦਲਾਂ ਦੀ, ਉਹਨਾਂ ਤੋਂ ਆਰਡਰ ਨਹੀਂ ਸੀ ਹੋ ਸਕਦੇ ਇਹ। ਲੇਕਿਨ ਬਦਕਿਸਮਤੀ ਇਹ ਗੱਲ ਦੀ ਹੈਗੀ ਹੈ ਕਿ ਪਹਿਲਾਂ CBI ਕੋਲ ਕੇਸ ਹੋਣ ਕਰਕੇ ਉੱਥੇ ਕੇਸ ਲਟਕਦਾ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਹ ਇੱਥੇ ਉਹਦੇ 'ਚ ਕਾਨੂੰਨੀ ਅੜਚਣਾਂ ਆਈਆਂ। ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਜਿਹੜਾ ਬਣਾਇਆ ਸੀ, ਅਸੀਂ ਉਹ ਵਾਅਦਾ ਕੀਤਾ ਸੀਗਾ ਕਿ ਕਮਿਸ਼ਨ ਬਣਾਵਾਂਗੇ। ਉਹ ਕਮਿਸ਼ਨ ਆਇਆ, ਉਹਦੀ ਰਿਪੋਰਟ ਆਈ, ਲੇਕਿਨ ਉਹਦੇ ਤੇ ਵੀ ਅਕਾਲੀਆਂ ਨੇ ਇਤਰਾਜ਼ ਕੀਤੇ। ਇੱਥੋਂ ਤੱਕ ਕਹਿਣ ਤੱਕ ਗਏ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਤਾਂ ਜੱਜ ਬਣਨ ਦੇ ਕਾਬਿਲ ਨਹੀਂ ਸੀਗਾ ਤੇ ਇਨਕੁਆਇਰੀ ਰਿਪੋਰਟ ਉਹਨੇ ਕੀ ਦੇਣੀ ਸੀ ਇਹ ਜਾਣ ਵੀ ਸਾਡੇ ਖਿਲਾਫ ਦਿੱਤੀ ਗਈ ਹੈ। ਉਸ ਤੋਂ ਬਾਅਦ SIT ਬਣੀ। ਇਹਨਾਂ ਗੱਲਾਂ ਕਰਕੇ ਡਿਲੇ ਹੋਈ ਹੈ, ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਤਾਂ ਨਹੀਂ ਪਾ ਸਕਦੇ। ਡਿਲੇ ਵੀ ਜਿਹੜੀ ਹੈਗੀ ਅਸੀਂ ਕਹਿੰਦੇ ਆ ਵੀ ਕਿਤੇ ਨਾ ਕਿਤੇ ਅਸੀਂ ਹੋਰ ਤੇਜ਼ ਇਹਦੀ ਜਿਹੜੀ ਤਫਤੀਸ਼ ਹੈ ਕਰ ਸਕਦੇ ਸੀਗੇ ਤੇ ਲੇਕਿਨ ਚਲੋ ਅੱਜ ਵੀ ਇਹ ਹੈਗਾ ਕਿ ਹੁਣ ਫਾਈਨਲ ਸਟੇਜ ਤੇ ਕੇਸ ਪਹੁੰਚ ਚੁੱਕਾ ਹੈਗਾ। ਕਾਫੀ ਹੱਦ ਤੱਕ ਜਿਹੜੇ ਹੈਗਾ ਤਫਤੀਸ਼ ਕਰਕੇ ਚਲਾਨ ਹੋ ਚੁੱਕੇ ਨੇ। SSP ਤੱਕ ਜਿਹੜੇ ਹੈਗੇ ਨੇ ਅਫਸਰ ਉਹ ਅੰਦਰ ਠੋਕੇ ਸੀ ਤੇ ਉਹਨਾਂ ਦੀ ਜ਼ਮਾਨਤਾਂ ਵੀ ਕੈਂਸਲ ਹੋਈਆਂ ਤੇ ਚਲਾਨ ਵੀ ਪੇਸ਼ ਹੋਏ ਨੇ। ਬਾਕੀ ਜਿਹੜੇ ਰਹਿੰਦੇ ਮੁਲਜ਼ਮ ਨੇ ਉਹ ਵੀ ਤਿਆਰ ਪਿਆ ਹੈ। ਉਹ ਬੰਦਾ ਜਿਹੜਾ ਇਨਵੈਸਟੀਗੇਸ਼ਨ ਤਿਆਰ ਹੈਗਾ ਉਹ ਕੋਰਟ 'ਚ ਫਾਈਲ ਕਰਕੇ ਉਹਦੇ ਜਿਹੜੇ ਮੁਲਜ਼ਮ ਨੇ ਉਹ ਵੀ ਜਿਹੜੇ ਹੈਗੇ ਕਟਹਿਰੇ ਦੇ ਵਿੱਚ ਜਲਦੀ ਖੜੇ ਹੋਣਗੇ। ਓਕੇ, ਤੁਹਾਡੀ ਗੱਲ ਆ ਗਈ, ਵਿਊ ਪੁਆਇੰਟ ਆ ਗਿਆ। ਸਰ ਜੀ ਇੱਕ ਸਵਾਲ ਮੈਂ ਹੋਰ ਲੈਣਾ ਚਾਹਾਂਗਾ, ਉਹ ਵੀ ਬੜਾ ਇੰਪੋਰਟੈਂਟ ਇਸ਼ੂ ਹੈਗਾ। ਉਹ ਹੈਗਾ ਗੱਲ ਬਾਰ-ਬਾਰ CBI ਦੀ ਭੂਮਿਕਾ ਦੇ ਉੱਤੇ ਵੀ ਆ ਰਹੀ ਹੈ। ਬੇਸ਼ੱਕ ਸਾਡਾ ਅੱਜ ਦਾ ਮੁੱਦਾ ਨਹੀਂ, ਇਸ਼ੂ ਨਹੀਂ ਹੈ। ਜਿਹੜੇ ਬਾਲੀਵੁੱਡ ਦੇ ਕਲਾਕਾਰ ਹੈਗੇ ਸੁਸ਼ਾਂਤ ਸਿੰਘ, ਉਹਦੀ ਹੱਤਿਆ ਹੋਈ ਹੈ, ਉਸਨੇ ਸੁਸਾਈਡ ਕੀਤਾ ਤਾਂ ਚਲੋ ਜਾਂਚ ਦਾ ਕੰਮ ਹੈ। ਪਰ ਜਿਸ ਤਰੀਕੇ ਨਾਲ ਮੁੰਬਈ ਦੇ ਵਿੱਚ CBI ਨੇ ਜਾ ਕੇ ਉੱਥੇ ਡੇਰੇ ਲਾਏ ਹੋਏ ਹੈ, ਦਿਨ ਰਾਤ ਇਨਵੈਸਟੀਗੇਸ਼ਨ ਹੋ ਰਹੀ ਹੈ, ਇਸ ਵੇਲੇ ਲੱਗਦਾ ਕਿ ਹਿੰਦੁਸਤਾਨ 'ਚ ਸਭ ਤੋਂ ਵੱਡਾ ਕੇਸ ਹੀ ਉਹ ਹੈ ਜਿਹੜਾ ਦੇਸ਼ ਦੀ ਹੋਣੀ ਦੇ ਨਾਲ ਜੁੜਿਆ ਹੋਇਆ। ਜਿਸ ਤਰੀਕੇ ਨਾਲ ਮੀਡੀਆ ਸਾਰਾ ਕੁਝ ਆ ਰਿਹਾ ਜਿਹੜਾ ਹੈਗਾ, ਤੇ ਜੇ CBI ਚਾਹੁੰਦੀ ਜਿੱਦਾਂ ਉੱਥੇ ਸੁਸ਼ਾਂਤ ਸਿੰਘ ਦੇ ਕੇਸ 'ਚ ਕਰ ਰਹੀ ਹੈ ਤੇ ਇਸ ਕੇਸ 'ਚ ਵੀ CBI ਚਾਹੁੰਦੀ ਤਾਂ ਸ਼ਾਇਦ ਸਮੇਤ ਸੈਣੀ ਨੂੰ ਇਹ ਕਹਿਣ ਦਾ ਮੌਕਾ ਨਾ ਮਿਲਦਾ ਸੁਪਰੀਮ ਕੋਰਟ ਦੇ 'ਚ ਜਾ ਕੇ ਕਿ ਜੀ CBI ਨੂੰ ਵੀ ਮੇਰੇ ਖਿਲਾਫ ਕੁਝ ਲੱਭਾ ਨਹੀਂ। ਇਹ ਦੂਰੇ ਮਾਪਦੰਡ ਨਹੀਂ ਹੈ ਜਾਂ ਕੇਂਦਰ ਤੋਂ ਜਿੱਦਾਂ ਕਹਿੰਦੇ ਆ ਕਿ CBI ਜਿਹੜੀ ਹੈਗੀ ਹੈ ਉਹ ਤੋਤਾ ਹੈ ਉੱਥੋਂ ਦੇ ਆਪਣੇ ਮਾਲਕਾਂ ਦਾ, ਪ੍ਰਭੂਆਂ ਦਾ, ਜਿਵੇਂ ਉਹ ਕਹਿੰਦੇ ਉਵੇਂ ਬੋਲਦੀ ਹੈ CBI। ਸਿੱਧੂ ਸਾਹਿਬ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਸਵਾਲ ਹੈ ਇਹ ਉਠਾਇਆ ਜੀ ਤੇ ਇਹ ਸਵਾਲ ਅੱਜ ਮੋਦੀ ਗਵਰਨਮੈਂਟ ਤੋਂ ਜਵਾਬ ਮੰਗ ਰਿਹਾ ਹੈ। ਕਿਉਂਕਿ ਜਦੋਂ ਤੋਂ ਮੋਦੀ ਗਵਰਨਮੈਂਟ ਆਈ ਹੈਗੀ ਹੈ, ਭਾਜਪਾ ਸਰਕਾਰ ਕੇਂਦਰ 'ਚ ਆਈ ਹੈਗੀ ਹੈ, ਇਹਨਾਂ ਨੇ ਸਾਰੀਆਂ ਸੰਸਥਾਵਾਂ ਨੂੰ ਜਿਨ੍ਹਾਂ ਦੇ ਸਹਾਰੇ ਸਾਡੀ ਡੈਮੋਕ੍ਰੇਸੀ, ਸਾਡਾ ਲੋਕ ਰਾਜ ਖੜਾ ਸੀਗਾ, ਉਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਤੇ CBI ਉਹਨਾਂ 'ਚੋਂ ਇੱਕ ਹੈਗੀ ਹੈ। ਇਹਨਾਂ ਨੇ ਤਾਂ ਸੁਪਰੀਮ ਕੋਰਟ ਨੂੰ ਨਹੀਂ ਛੱਡਿਆ, ਉਹਦੇ ਅਟੈਕ ਬਾਰ-ਬਾਰ ਅਟੈਕ ਕਰੀ ਜਾਂਦੇ ਨੇ। ਹੋਰ ਕਿੰਨੀਆਂ ਸੰਸਥਾਵਾਂ ਮੈਂ ਗਣਾਵਾਂ, RBI ਹੈਗਾ, ਬਹੁਤ ਸੰਸਥਾਵਾਂ ਨੇ ਜਿਨ੍ਹਾਂ ਦਾ ਜਿਹੜਾ ਕ੍ਰੈਡੀਬਿਲਿਟੀ, ਉਹਨਾਂ ਦਾ ਲੋਕਾਂ ਦਾ ਟਰਸਟ ਉਹਨਾਂ ਦੇ ਵਿੱਚ, ਉਹਨਾਂ ਦੀ ਜਿਹੜੀ ਆਪ ਹੀ ਹੈਗੀ ਹੈ ਇੰਡੀਪੈਂਡੈਂਸ ਜਿਹੜੀ ਹੈਗੀ ਹੈ ਉਹ ਖਤਮ ਕਰਤੀ। ਅੱਜ CBI ਜਿਹੜੀ ਹੈਗੀ ਹੈ ਉਹ ਉਹੀਓ ਕਰਦੀ ਹੈ ਜੋ ਕੇਂਦਰ ਸਰਕਾਰ ਚਾਹੁੰਦੀ ਹੈ
ਜੋ ਉਹਦੇ ਆਕਾ ਜੋ ਕਹਿੰਦੇ ਨੇ, ਜੋ ਹੋਮ ਚਲੋ। ਮਿਨਿਸਟਰ, ਜੋ NSA ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਜਾਂ ਪ੍ਰਧਾਨ ਮੰਤਰੀ ਆਫਿਸ ਜੋ ਉਹਨਾਂ ਨੂੰ ਕਹਿੰਦਾ ਹੈ, ਉਹੀ ਉਹ ਕਰਦੇ ਨੇ। ਤੋ ਸੁਸ਼ਾਂਤ ਦੇ ਕੇਸ ਦੇ ਵਿੱਚ ਵੀ ਉਹੀ ਹੋ ਰਿਹਾ ਜੋ ਇਹ ਕਹਿ ਰਹੇ ਨੇ ਉਹਨਾਂ ਨੂੰ। ਤੋ ਆਪਾਂ ਨੂੰ ਇਹ ਦੁੱਖ ਦੀ ਗੱਲ ਹੈ ਜੀ, ਕਿਉਂਕਿ CBI ਵਰਗੇ ਜਿਹੜੇ ਇੰਸਟੀਟਿਊਸ਼ਨਸ ਨੇ, ਇਹਨਾਂ ਤੋਂ ਜੇ ਲੋਕਾਂ ਦਾ ਜੇ ਵਿਸ਼ਵਾਸ ਉੱਠ ਜਾਏਗਾ ਨਾ ਜੀ, ਤਾਂ ਸਾਨੂੰ ਨੁਕਸਾਨ ਸਾਡੇ ਪੂਰੇ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪਏਗਾ। ਓਕੇ, ਥੈਂਕ ਯੂ, ਸੰਸਥਾਵਾਂ ਜਿਹੜੇ ਕਮਜ਼ੋਰ ਥੈਂਕ ਯੂ, ਤੁਹਾਡੀ ਗੱਲ ਆ ਗਈ ਸਰ ਜੀ। ਡੈਮੋਕ੍ਰੇਸੀ ਜਿਹੜੀ ਹੈਗੀ ਜੀ ਜੀ ਸਰ ਜੀ, ਤੁਹਾਡੀ ਗੱਲ ਆ ਗਈ ਜੀ। ਮੇਰੇ ਕੋਲ ਸਮੇਂ ਦੀ ਮਜਬੂਰੀ ਹੈ, ਪਰ ਮੈਂ ਕੰਗ ਸਾਹਿਬ ਤੋਂ ਜਵਾਬ ਜ਼ਰੂਰ ਲੈਣਾ ਚਾਹਾਂਗਾ। ਕੰਗ ਸਾਹਿਬ, CBI ਦੀ ਭੂਮਿਕਾ ਦੇ ਉੱਤੇ ਸਵਾਲ, ਉਹਦੀ ਕ੍ਰੈਡੀਬਿਲਿਟੀ ਤੇ ਸਵਾਲ ਕਿਹਾ ਜਾਂਦਾ ਹੈ ਕਿ ਜਿਹੜੇ ਉਹਦੇ ਆਕਾ ਕਹਿੰਦੇ ਉਹਦੇ ਮੁਤਾਬਕ ਹੀ ਫੈਸਲੇ ਹੁੰਦੇ ਹੈ। ਇਸੇ ਕਰਕੇ ਹੀ ਸ਼ਾਇਦ ਸਮੇਤ ਸੈਣੀ, ਜਿੱਦਾਂ ਮੈਂ ਕਿਹਾ, ਉਹਨੂੰ ਸੁਪਰੀਮ ਕੋਰਟ ਜਾ ਕੇ ਕਹਿਣ ਦਾ ਮੌਕਾ ਮਿਲ ਗਿਆ ਕਿ ਜੀ CBI ਨੂੰ ਵੀ ਮੇਰੇ ਖਿਲਾਫ ਕੁਝ ਲੱਭਾ ਨਹੀਂ। CBI ਜਿਹੜਾ ਸੁਸ਼ਾਂਤ ਵਾਲਾ ਕੇਸ ਹੈ, ਉਹਦੇ ਚ ਬਿਹਾਰ ਸਰਕਾਰ ਨੇ ਰਿਕਮੈਂਡ ਕੀਤਾ ਤਾਂ ਉਹ CBI ਇਨਕੁਆਇਰੀ ਸ਼ੁਰੂ ਹੋਈ ਹੈ, ਇਹ ਉਹਨਾਂ ਦਾ ਮੈਟਰ ਹੈ। ਰਹੀ ਗੱਲ ਸੰਸਥਾਵਾਂ ਨੂੰ ਵਰਤਣ ਦੀ, ਸੰਸਥਾਵਾਂ ਨੂੰ ਵਰਤਣ ਦੀ ਜਿਹੜੀ ਸਭ ਤੋਂ ਪਹਿਲ ਹੋਈ ਸੀ, ਜਾਂ ਇਹ ਪਰੰਪਰਾ ਸ਼ੁਰੂ ਹੋਈ ਸੀ, ਇੰਦਰਾ ਗਾਂਧੀ ਦੇ ਟਾਈਮ ਹੋਈ ਸੀ, ਜਦੋਂ ਐਮਰਜੈਂਸੀ ਲਗਾਈ। ਜਿਸ ਤਰੀਕੇ ਨਾਲ ਉਸ ਪ੍ਰਧਾਨ ਮੰਤਰੀ ਨੇ, ਕਾਂਗਰਸ ਦੀ ਨੇ, ਆਪਣੀਆਂ ਸੰਸਥਾਵਾਂ ਦੀ ਦੁਰਵਰਤੋਂ ਕੀਤੀ, ਔਰ ਉਸੇ ਹੀ ਕੜੀ ਚ ਪੰਜਾਬ ਨਾਲ ਨਾਇਨਸਾਫੀ ਕੀਤੀ, ਸਿੱਖਾਂ ਨਾਲ ਨਾਇਨਸਾਫੀ ਕੀਤੀ। ਇਹ ਜਿਹੜੇ ਕੁਕਰਮ ਪੰਜਾਬ ਦੇ ਲੋਕਾਂ ਨਾਲ ਹੋਇਆ, ਇਹ ਇੰਦਰਾ ਗਾਂਧੀ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਏ ਸੀ। ਉਹਦਾ ਖਮਿਆਜਾ ਹਜੇ ਤੱਕ ਅਸੀਂ ਭੁਗਤ ਰਹੇ ਹਾਂ। ਸਾਡੇ ਟਾਈਮ 'ਚ ਘੱਟੋ ਘੱਟ, ਮੈਂ ਨਹੀਂ ਕਹਿੰਦਾ ਵੀ ਪੂਰੀ ਤਰ੍ਹਾਂ ਨਿਆਂ ਮਿਲ ਰਿਹਾ, ਲੇਕਿਨ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਾਹੇ ਲਾਉਣ ਦਾ ਕੰਮ ਤੇ ਸ਼ੁਰੂ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਇਹ ਜਿੰਨੀਆਂ ਵੀ ਕਮਜ਼ੋਰੀਆਂ ਸੀ, ਜਿੰਨੀਆਂ ਵੀ ਇਹ ਗਲਤ ਪਰੰਪਰਾਵਾਂ ਪਈਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ, ਇਹ ਇੰਦਰਾ ਗਾਂਧੀ ਦੇ ਕਾਂਗਰਸ ਦੇ ਟਾਈਮ ਪਈਆਂ ਸੀ, ਔਰ ਉਹਦਾ ਖਮਿਆਜਾ ਸਾਰਾ ਮੁਲਕ ਅੱਜ ਭੁਗਤ ਰਿਹਾ। ਥੈਂਕ ਯੂ ਕੰਗ ਸਾਹਿਬ। ਅਮਰਿੰਦਰ ਜੀ, ਲਾਸਟ ਕਮੈਂਟ ਜਿਹੜਾ ਹੈਗਾ, ਆਪਾਂ ਸਮੇਤ ਸੈਣੀ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ। CBI ਦੀ ਗੱਲ ਵੀ ਹੈ, ਪੁਲਿਸ ਦੀ ਜਿਹੜੀ ਏਜੰਸੀਆਂ ਉਹਨਾਂ ਦੀ ਜਾਂਚ ਦੀ ਗੱਲ ਵੀ ਹੈ। ਕੰਗ ਸਾਹਿਬ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੇਲੇ 'ਚ ਨਿਗਾਰ ਸ਼ੁਰੂ ਹੋਇਆ ਸੀ, ਪਰ ਹੁਣ ਉਮੀਦ ਰੱਖ ਸਕਦੇ ਹਾਂ ਇਸ ਮੁੱਦੇ ਤੇ ਆਪਾਂ ਜਸਟਿਸ ਦੀ ਗੱਲ ਕਰਦੇ ਹਾਂ। ਜਸਟਿਸ ਮਿਲੇਗਾ ਉਸ ਪਰਿਵਾਰ ਨੂੰ ਜਿਹੜਾ 29 ਸਾਲ ਤੋਂ ਦਰ ਭਟਕ ਰਿਹਾ ਹੈ, ਆਪਣੇ ਪੁੱਤਰ ਦੇ ਇਨਸਾਫ ਦੇ ਲਈ, ਜਿਹੜਾ 29 ਸਾਲ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ ਤੇ ਅੱਜ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਸ ਦਾ ਬਣਿਆ ਕੀ। ਸਿੱਧੂ ਸਾਹਿਬ, ਦੇਖੋ, ਕੰਗ ਸਾਹਿਬ ਦੀ ਗੱਲ 'ਚ ਵਜ਼ਨ ਹੈ ਕਿ ਵੀ ਇਹ ਜਿਹੜਾ ਤਸ਼ੱਦਦ ਦਾ ਦੌਰ ਹੈ, ਇੰਦਰਾ ਗਾਂਧੀ ਦੇ ਸਮਾਂ ਤੋਂ ਸ਼ੁਰੂ ਹੋਇਆ ਸਿੱਖਾਂ ਦੇ ਨਾਲ, ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ, ਤੇ ਉਹ ਅਸੀਂ ਅੱਜ ਤੱਕ ਉਸ ਨੂੰ ਭੁਗਤ ਰਹੇ ਹਾਂ। ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ। ਬਿਲਕੁਲ ਇਹ ਗੱਲ ਜਿਹੜਾ ਇਹਨਾਂ ਦਾ ਸਟੇਟਮੈਂਟ ਹੈ, ਬਿਲਕੁਲ 100% ਸਹੀ ਹੈ। ਇਹ ਉਸ ਦੌਰ ਦੇ ਜ਼ਮਾਨੇ ਦੀਆਂ ਗੱਲਾਂ ਹੈ ਕਿ ਕਾਂਗਰਸ ਸਰਕਾਰ ਨੇ ਜੋ ਤਸ਼ੱਦਦ ਕੀਤਾ ਉਹ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਤੇ ਜਿਹੜੀ ਗੱਲ ਤੁਸੀਂ ਨਿਆਂ ਦੀ ਕਰ ਰਹੇ ਹੋ, 29 ਸਾਲ ਨਿਕਲ ਗਏ। ਜਿਹੜੇ ਉਹਦੇ ਫਾਦਰ ਸੀਗੇ ਜਿਨ੍ਹਾਂ ਨੇ ਲੜਾਈ ਸ਼ੁਰੂ ਕੀਤੀ ਸੀ, ਉਹ ਤਾਂ ਇਸ ਦੁਨੀਆ ਤੋਂ ਚਲੇ ਗਏ ਹੈ। ਉਹ ਤਾਂ ਨਿਆਂ ਦੀ ਉਮੀਦ ਆਪਣੇ ਦਿਲ ਦੇ ਵਿੱਚ ਹੀ ਲੈ ਕੇ ਚਲੇ ਗਏ, ਬਈ ਇਹ ਜਿਹੜਾ ਹਿੰਦੂ ਰਾਸ਼ਟਰ ਹੈ ਮੈਨੂੰ ਨਿਆਂ ਦੇਗਾ। ਇਹ ਤਮੰਨਾ ਉਹਨਾਂ ਦੇ ਮਨ ਦੇ ਵਿੱਚ ਹੀ ਉਹਨਾਂ ਦੇ ਨਾਲ ਚਲੀ ਗਈ। ਹੁਣ ਉਹਦੇ ਭਰਾ ਨੇ ਇਹ ਬੀੜਾ ਚੁੱਕਿਆ, ਤੇ ਮੈਨੂੰ ਨਹੀਂ ਲੱਗਦਾ ਕਿ ਬਈ ਉਹਦੀ ਇਹ ਇੱਛਾ ਪੂਰੀ ਹੋਏਗੀ। ਮੈਨੂੰ ਇਹ ਲੱਗਦਾ ਕਿ ਵੀ ਅਖੀਰ 'ਚ ਉਹ ਵੀ ਐਸੇ ਤਰੀਕੇ ਦੇ ਨਾਲ ਡਿਸਗਰੰਟਲਡ ਹੀ ਰਹੇਗਾ ਕਿ ਮੇਰੇ ਭਰਾ ਦੀ ਜਿਹੜੀ ਉਹਨੂੰ ਨਿਆਂ ਜਿਹੜਾ ਨਹੀਂ ਮਿਲਿਆ, ਕਿਉਂਕਿ ਇਹ ਸਿਸਟਮ ਨਿਆਂ ਦੇਣਾ ਨਹੀਂ ਚਾਹੁੰਦਾ। ਇਹ ਸਿਸਟਮ ਜਿਹੜਾ ਹੈ ਮਾਈਨੋਰਟੀ ਤੇ ਮੈਜੋਰਟੀ ਦੇ ਵਿੱਚ ਵਿਤਕਰਾ ਰੱਖਦਾ ਹੈ। ਇਹ ਮਾਈਨੋਰਟੀ ਨੂੰ ਰਗੜਨ ਦੇ, ਮਾਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ। ਤੇ ਇਹ ਹਿੰਦੂ ਰਾਸ਼ਟਰ ਦੀ ਜਿਹੜੀ ਫਲਸਫਾ ਹੈਗਾ, ਇਹ ਨਿਆਂ ਨਹੀਂ ਕਰੇਗਾ। ਇਹ ਜੀ ਅਮਰਿੰਦਰ ਜੀ, ਤੁਹਾਡਾ ਵੀ ਪੁਆਇੰਟ ਆ ਗਿਆ। ਮਿਹਰਬਾਨੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੰਜਾਬ ਦੇ ਸਾਬਕਾ DGP ਸਮੇਤ ਸੈਣੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਲਤਾਨੀ ਅਗਵਾ ਕੇਸ 29 ਸਾਲ ਪੁਰਾਣਾ, ਉਹਦੇ 'ਚ ਝਟਕਾ ਤਾਂ ਦਿੱਤਾ ਹੀ ਦਿੱਤਾ ਹੈ, ਪਰ ਸਾਡੇ ਤਿੰਨੇ ਮਹਿਮਾਨਾਂ ਦੀ ਵੱਖਰੀ ਰਾਏ ਹੋ ਸਕਦੀ ਹੈ। ਪਰ ਇੱਕ ਗੱਲ ਦੇ ਉੱਤੇ ਸਾਰੇ ਸਹਿਮਤ ਹੈ ਕਿ ਮਲਤਾਨੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਤਾਂ ਹੀ ਇਸ ਦੇਸ਼ ਦੇ ਅੰਦਰ, ਚਾਹੇ ਆਪਾਂ ਕਾਨੂੰਨ ਦੀ ਗੱਲ ਕਰ ਲਈਏ, ਚਾਹੇ ਨਿਆਂ ਨਾਲ ਜਿਹੜੀਆਂ ਜੁੜੀਆਂ ਜਾਂਚ ਏਜੰਸੀਆਂ ਉਹਨਾਂ ਦੀ ਗੱਲ ਕਰ ਲਈਏ, ਭਰੋਸੇਯੋਗਤਾ ਬਹਾਲ ਰਹਿ ਸਕਦੀ ਹੈ ਜੇ ਦੇਸ਼ ਦੇ ਆਮ ਨਾਗਰਿਕ ਨੂੰ ਇੱਕ ਆਸ, ਜਿਹੜੀ ਉਮੀਦ ਇਨਸਾਫ ਤੋਂ ਬਣੀ ਰਹੇਗੀ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਤਿੰਨੇ ਮਹਿਮਾਨਾਂ ਦਾ, ਸਵੈਜ ਜੀ, ਕੰਗ ਸਾਹਿਬ, ਅਮਰਿੰਦਰ ਜੀ, ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਆਏ, ਬਹੁਤ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਦਰਸ਼ਕਾਂ ਕੋਲੋਂ ਵੀ ਮੈਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।